ਵਾਹਿਗੁਰੂ ਸਾਹਿਬ ਜੀ। ਆਏ ਅਨਕ ਜਨਮ ਭ੍ਰਮ ਸ਼ਰਣੀ, ਉਧਰ ਦੇਹ ਅੰਧਕੂਪ ਤੇ ਲਾਭੋ ਆਪਣੀ ਚਰਣੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵ, ਬਿਖਮ ਨਦੀ ਜਾਏ ਤਰਣੀ। ਸੁਖ ਸੰਪਤ ਮਾਇਆ ਰਸ ਮਿੱਠੇ, ਇਹ ਨਹੀਂ ਮਨ ਮਹਿ ਧਰਣੀ। ਹਰ ਦਰਸ਼ਨ ਤ੍ਰਿਪਤ, ਨਾਨਕ ਦਾਸ ਪਾਵਤ। ਹਰ ਨਾਮ ਰੰਗ ਅਪਰਣੀ, ਦਇਆ ਕਰੋ ਦਇਆਲ। ਆਪਣੀ ਸਿਫਤ ਦੇ ਦਰਸ਼ਨ ਦੇਖ ਨਿਹਾਲ। ਨਾਨਕ ਪ੍ਰੀਤ ਏ। ਦਸਾਂ ਪਾਤਸ਼ਾਹੀਆਂ ਦੀ ਜੋਤ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜੇ ਹੋਏ ਹਫ਼ਤਾਵਾਰੀ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਸਤਸੰਗੀ ਜਨੋ, ਸਿੱਖ ਰਹਿਤ ਮਰਿਆਦਾ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਕੜਾ ਪ੍ਰਸ਼ਾਦ ਸਰਲੇਖ ਹੇਠ ਚਾਰ ਨਿਯਮ ਸਿੱਖ ਵਿਦਵਾਨਾਂ ਨੇ ਇਕੱਤਰ ਕੀਤੇ ਨੇ। ਉਹਨਾਂ ਵਿਚਾਰਾਂ ਦੀ ਆਪਾਂ ਅੱਜ ਸਾਂਝ ਪਾਉਣੀ ਹੈ। ਸੋ ਆਓ ਸਮੂਹ ਸਾਧ ਸੰਗਤ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਰਹਿਤ ਮਰਿਆਦਾ ਦੀ ਵਿਚਾਰ ਕਰਦਿਆਂ ਸਾਧ ਸੰਗਤ ਵਿੱਚ ਜੁੜ ਕੇ ਗੁਰਬਾਣੀ ਦਾ ਅਭਿਆਸ ਦੇ ਹੈਡਿੰਗ ਤਹਿਤ ਆਪਾਂ ਵਿਚਾਰ ਕਰਦਿਆਂ ਹੋਇਆਂ ਇਸ ਹੈਡਿੰਗ ਦੇ ਆਖਰੀ ਸਰਲੇਖ ਜਿਹੜਾ ਕੜਾ ਪ੍ਰਸ਼ਾਦ ਹੈ ਉਹਦੀ ਵਿਚਾਰ ਨਾਲ ਅੱਜ ਸਾਂਝ ਪਾਉਣ ਵਾਸਤੇ ਜੁੜ ਬੈਠੇ ਹਾਂ। ਸਰਲੇਖ ਹੈ ਕੜਾ ਪ੍ਰਸ਼ਾਦ। ਊੜਾ ਭਾਵ ਨੰਬਰ 1। ਕੜਾ ਪ੍ਰਸ਼ਾਦ ਜੋ ਵਿਧੀ ਅਨੁਸਾਰ ਤਿਆਰ ਕਰਕੇ ਜਾਂ ਕਰਾ ਕੇ ਲਿਆਂਦਾ ਜਾਵੇ, ਸੰਗਤ ਵਿੱਚ ਪ੍ਰਵਾਨ ਹੋਵੇਗਾ।
ਕੜਾਹ ਪ੍ਰਸ਼ਾਦ ਜੋ ਵਿਧੀ ਅਨੁਸਾਰ ਤਿਆਰ ਕਰਕੇ। ਨੰਬਰ 2 ਤੇ ਐੜੇ ਭਾਗ ਵਿੱਚ ਵਿਧੀ ਲਿਖੀ ਹੈ, ਆਪਾਂ ਉਹਨੂੰ ਫਿਰ ਵਿਚਾਰਦੇ ਹਾਂ। ਅਨੁਸਾਰ ਤਿਆਰ ਕਰਕੇ ਜਾਂ ਕਰਾ ਕੇ, ਭਾਵ ਜਾਂ ਘਰ ਤੋਂ ਤਿਆਰ ਕਰਕੇ ਜਾਂ ਗੁਰਦੁਆਰਾ ਸਾਹਿਬ ਤਿਆਰ ਕਰਾਇਆ ਜਾਏ, ਲਿਆਂਦਾ ਜਾਵੇ। ਗੁਰੂ ਕੀ ਹਜ਼ੂਰੀ ਵਿੱਚ ਲਿਆਉਣਾ ਸੰਗਤ ਵਿੱਚ ਪ੍ਰਵਾਨ ਹੋਵੇਗਾ। ਇੱਥੇ ਇੱਕ ਗੱਲ ਸਪਸ਼ਟ ਹੈ ਕਿ ਸੰਗਤ ਵਿੱਚ ਗੁਰੂ ਕੇ ਦਰਬਾਰ ਵਿੱਚ ਕਿਹੜਾ ਪ੍ਰਸ਼ਾਦ ਪ੍ਰਵਾਨ ਹੈ। ਤੇ ਸਿੱਖ ਰਹਿਤ ਮਰਿਆਦਾ ਹੈ ਕਿ ਕੜਾਹ ਪ੍ਰਸ਼ਾਦ। ਪਿਛਲੇ ਹਫ਼ਤੇ ਵੀ ਬੇਨਤੀ ਕੀਤੀ ਸੀ, ਫਿਰ ਦੁਹਰਾਵਾਂ। ਗੁਰੂ ਦੇ ਦਰ ਤੇ ਕੜਾਹ ਪ੍ਰਸ਼ਾਦ ਤੋਂ ਬਿਨਾ ਘੁੰਗਣੀਆਂ, ਸ਼ੀਰਨੀ ਇਤਿਆਦਿਕ ਜਿਹੜੇ ਪ੍ਰਸ਼ਾਦ ਨੇ ਇਹ ਪ੍ਰਵਾਨ ਨਹੀਂ। ਭਾਵੇਂ ਕਿ ਅਨਮਤਾਂ ਦੀ ਰੀਸੋ ਰੀਸ ਸਿੱਖ ਇਹੋ ਜਿਹੇ ਪ੍ਰਸ਼ਾਦ ਚੜਾਉਣ ਦੀ ਸੇਵਾ ਕਰਨ ਦਾ ਭਰਮ ਪਾਲਦਾ ਹੈ ਤੇ ਪਾਲ ਰਿਹਾ ਹੈ, ਪਰ ਗੁਰੂ ਦੇ ਦਰ ਤੇ ਰਹਿਤ ਮਰਿਆਦਾ ਦੇ ਮੁਤਾਬਕ ਜਿਹੜਾ ਪ੍ਰਸ਼ਾਦ ਹੈ ਉਹ ਕੜਾਹ ਹੀ ਪ੍ਰਸ਼ਾਦ ਹੋ ਸਕਦਾ ਹੈ। ਪ੍ਰਸਾਦ ਲਫ਼ਜ਼ ਦੇ ਸੰਬੰਧ ਵਿੱਚ ਬੇਨਤੀ ਕਰਦੇ ਹਾਂ। ਜਦੋਂ ਲਫ਼ਜ਼ ਗੁਰਬਾਣੀ ਵਿੱਚ ਪ੍ਰਸਾਦ ਆਉਂਦਾ ਹੈ ਉਹਦਾ ਅਰਥ ਹੈ ਕਿਰਪਾ, ਤੇ ਜਿਹੜਾ ਕੜਾਹ ਪ੍ਰਸ਼ਾਦ ਹੈ ਇਹਦਾ ਅਰਥ ਹੈ ਪ੍ਰਸ਼ਾਦ ਤੋਂ। ਇਹਨਾਂ ਵਿੱਚ ਫਰਕ ਇੰਨਾ ਕਹਿ ਕੇ ਪ੍ਰਸਾਦ ਸੱਸੇ ਦੇ ਪੈਰ ਵਿੱਚ ਬਿੰਦੀ ਨਹੀਂ ਬੁਲਾਈ ਜਾਏਗੀ, ਪ੍ਰਸਾਦ ਕਿਰਪਾ। ਤੇ ਜਦੋਂ ਕੜਾਹ ਵਾਸਤੇ ਲਫ਼ਜ਼ ਯੂਜ਼ ਕਰਨਾ ਹੈ ਤੇ ਸੱਸੇ ਦੇ ਪੈਰ ਵਿੱਚ ਬਿੰਦੀ ਪ੍ਰਸ਼ਾਦ, ਬਸ ਇੰਨਾ ਕੁ ਫਰਕ ਹੈ। ਪ੍ਰਸਾਦ ਪ੍ਰਸ਼ਾਦ, ਪ੍ਰਸ਼ਾਦ ਭਾਵ ਕੜਾਹ ਪ੍ਰਸ਼ਾਦ, ਪ੍ਰਸਾਦ ਕਿਰਪਾ। ਜਿਵੇਂ ਅਜੂਨੀ ਸਹਿਭੰ ਗੁਰ ਪ੍ਰਸਾਦ, ਪ੍ਰਸਾਦ ਭਾਵ ਕਿਰਪਾ। ਕਰ ਪ੍ਰਸਾਦ ਗੁਰੂਦੇਵ, ਸੁਖਮਨੀ ਸਾਹਿਬ ਦੀਆਂ ਪੰਕਤੀਆਂ। ਜਿਹੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਜਿਹੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤਿਸ ਰਸਨਾ। ਉਹ ਸਾਰੇ ਲਫ਼ਜ਼ ਉੱਥੇ ਪ੍ਰਸਾਦ ਨੇ, ਉੱਥੇ ਪ੍ਰਸ਼ਾਦ ਨਹੀਂ ਪੜੇ ਜਾਣਗੇ। ਤੇ ਜਿੱਥੇ ਕੜਾਹ ਪ੍ਰਸ਼ਾਦ ਦੀ ਵਿਚਾਰ ਹੋਵੇਗੀ ਉੱਥੇ ਲਫ਼ਜ਼ ਹੈ ਪ੍ਰਸ਼ਾਦ, ਸੱਸੇ ਦੇ ਪੈਰ ਵਿੱਚ ਬਿੰਦੀ ਲਾ ਕੇ। ਸੋ ਕੜਾਹ ਪ੍ਰਸ਼ਾਦ ਜੋ ਵਿਧੀ ਅਨੁਸਾਰ ਤਿਆਰ ਕਰਕੇ ਜਾਂ ਕਰਾ ਕੇ ਲਿਆਂਦਾ ਜਾਵੇ ਸੰਗਤ ਵਿੱਚ ਪ੍ਰਵਾਨ ਹੋਵੇਗਾ। ਭਾਵੇਂ ਕਿ ਰਹਿਤ ਮਰਿਆਦਾ ਵਿੱਚ ਘਰ ਤੋਂ ਤਿਆਰ ਕਰਕੇ ਲਿਆਂਦਾ ਵੀ ਕੜਾਹ ਪ੍ਰਸ਼ਾਦ ਪ੍ਰਵਾਨ ਹੈ, ਗੁਰਦੁਆਰੇ ਸੰਗਤ ਵਿੱਚ ਪ੍ਰਵਾਨਗੀ ਹੈ। ਪਰ ਆਮ ਕਰਕੇ ਆਪਾਂ ਦੇਖਦੇ ਹਾਂ ਬਹੁਤੇ ਗੁਰਦੁਆਰਿਆਂ ਦੇ ਵਿੱਚ, ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਵੀ ਸਾਨੂੰ ਤਿਆਰ ਕੀਤਾ ਕੜਾਹ ਪ੍ਰਸ਼ਾਦ ਮਿਲ ਜਾਂਦਾ ਹੈ। ਸੰਗਤ ਉੱਥੋਂ ਵੀ ਲੈ ਕੇ ਤੇ ਗੁਰੂ ਸਾਹਿਬ ਨੂੰ ਭੇਟਾ ਕਰਦੀ ਹੈ। ਤੇ ਵੈਸੇ ਇਹ ਇੱਕ ਸਹੀ ਬਾਤ ਹੈ ਕਿ ਜੇ ਕੜਾਹ ਪ੍ਰਸ਼ਾਦ ਹਰ ਪ੍ਰਾਣੀ ਆਪਣੇ ਘਰ ਤੋਂ ਹੀ ਤਿਆਰ ਕਰਕੇ ਲਿਆਵੇਗਾ ਤੇ ਕਿਸੇ ਹੱਦ ਤੱਕ ਪ੍ਰਸ਼ਾਦ ਵਿੱਚ ਇਕਸਾਰਤਾ ਨਹੀਂ ਰਹਿ ਜਾਏਗੀ। ਕਾਰਨ ਵੀ ਕਿਸੇ ਦਾ ਬਣਾਇਆ ਥੋੜਾ ਜ਼ਿਆਦਾ ਆਟਾ ਲਾਲ ਹੋ ਗਿਆ, ਕਿਸੇ ਦਾ ਥੋੜਾ ਘੱਟ ਹੈ, ਉਹ ਪ੍ਰਸ਼ਾਦ ਦੇ ਵਿੱਚ ਦੋ ਚੀਜ਼ਾਂ ਜੀਆਂ ਬਣੀਆਂ ਰਹਿਣਗੀਆਂ। ਉਸ ਤੋਂ ਜ਼ਿਆਦਾ ਭਲੀ ਗੱਲ ਹੈ ਕਿ ਗੁਰਦੁਆਰਾ ਸਾਹਿਬ ਇੱਕੋ ਜਗ੍ਹਾ ਹੀ ਕੜਾਹ ਪ੍ਰਸ਼ਾਦ ਤਿਆਰ ਹੋਵੇ, ਰਸਤ ਦੀ ਸੇਵਾ ਕੀਤੀ ਜਾ ਸਕਦੀ ਹੈ, ਜਾਂ ਇੱਥੇ ਆ ਕੇ ਬਣਾਉਣ ਦੀ ਸੇਵਾ ਵੀ ਨਿਭਾਈ ਜਾ ਸਕਦੀ ਹੈ। ਇਹਦੇ ਵਿੱਚ ਕੋਈ ਮੁਸ਼ਕਲ ਨਹੀਂ।
ਤੇ ਕਈ ਗੁਰਦੁਆਰਿਆਂ ਦੇ ਵਿੱਚ ਘਰਾਂ ਤੋਂ ਬਣਾ ਕੇ ਲਿਆਂਦਾ ਹੋਇਆ ਪ੍ਰਸ਼ਾਦ ਪ੍ਰਵਾਨ ਨਾ ਕਰਨ ਵਾਸਤੇ ਵਿਚਾਰ ਹੋ ਚੁੱਕੀ ਹੈ। ਤੇ ਆਪਾਂ ਵੀ ਇੱਕ ਵਾਰੀ ਇੱਥੋਂ ਅਨਾਉਂਸ ਕੀਤਾ ਸੀ। ਉਹਦਾ ਕਾਰਨ ਹੈ ਕਿ ਘਰਾਂ ਤੋਂ ਕੜਾਹ ਪ੍ਰਸ਼ਾਦ ਤਿਆਰ ਕਰਕੇ ਲਿਆਂਦੇ ਹੋਏ ਪ੍ਰਸ਼ਾਦ ਦੇ ਵਿੱਚ ਕਈ ਵਾਰੀ ਐਸਾ ਹੋਇਆ ਕਿ ਜਾਂ ਤਿਆਰ ਕਰਦਿਆਂ ਸਿਰ ਨਹੀਂ ਢੱਕਿਆ ਜਾਂ ਕੀ ਕਾਰਨ ਹੈ, ਕੁਝ ਕੇਸ ਜਿਹੜੇ ਨੇ ਉਹ ਪ੍ਰਸ਼ਾਦ ਵਿੱਚ ਪਏ ਹੋਏ। ਤੇ ਉਹਦਾ ਕਾਰਨ ਕਿ ਜ਼ਿਆਦਾ ਠੀਕ ਹੈ ਕਿ ਦੇਗ ਇਕਸਾਰਤਾ ਨਾਲ ਗੁਰਦੁਆਰਾ ਸਾਹਿਬ ਵੀ ਬਣੇ। ਵੈਸੇ ਰਹਿਤ ਮਰਿਆਦਾ ਦੀ ਮੱਧ ਹੈ ਕਿ ਘਰ ਤੋਂ ਲਿਆ ਕੇ ਤਿਆਰ ਕਰਕੇ ਲਿਆਂਦਾ ਵੀ ਪ੍ਰਵਾਨ ਹੈ, ਪਰ ਵਿਧੀ ਅਨੁਸਾਰ ਬਣਿਆ ਹੋਵੇ। ਉਹ ਵਿਧੀ ਕਿਹੜੀ ਹੈ? ਉਹ ਐੜਾ ਭਾਵ ਨੰਬਰ 2, ਕੜਾਹ ਪ੍ਰਸ਼ਾਦ ਤਿਆਰ ਕਰਨ ਦੀ ਵਿਧੀ ਇਹ ਹੈ। ਸਵੱਛ ਭਾਂਡੇ ਵਿੱਚ ਤਿਰਭਾਵਲੀ ਭਾਵ 3 ਚੀਜ਼ਾਂ, ਆਟਾ ਉੱਤਮ ਮਿੱਠਾ ਤੇ ਘੀ ਇੱਕੋ ਜਿਹਾ ਪਾ ਕੇ, ਇਹ 3 ਚੀਜ਼ਾਂ ਗੁਰਬਾਣੀ ਦਾ ਪਾਠ ਕਰਦੇ ਹੋਏ ਤਿਆਰ ਕੀਤਾ ਜਾਵੇ। 3 ਚੀਜ਼ਾਂ ਆਟਾ ਤੇ ਉੱਤਮ ਮਿੱਠਾ ਖੰਡ ਆਦਿਕ, ਘੀ ਇੱਕੋ ਜਿਹਾ ਪਾ ਕੇ 3 ਚੀਜ਼ਾਂ ਇੱਕੋ ਜਿਹੀਆਂ ਹੋਣ ਔਰ ਤਿਆਰ ਕਰਦਿਆਂ ਗੁਰਬਾਣੀ ਦਾ ਪਾਠ ਕਰਦਿਆਂ। ਇੱਥੇ ਪੱਕਾ ਨਿਯਮ ਨਹੀਂ ਲਿਖਿਆ ਵੀ ਜਾਂ ਜਪਜੀ ਸਾਹਿਬ ਵੀ ਦੇਗ ਬਣਾਉਂਦਿਆਂ ਪੜ੍ਹਨਾ ਜਾਂ ਆਨੰਦ ਸਾਹਿਬ ਪੜ੍ਹਨਾ ਜਾਂ ਮੂਲ ਮੰਤਰ ਪੜ੍ਹਨਾ। ਗੁਰਬਾਣੀ ਦਾ ਪਾਠ ਕਰਦਿਆਂ ਦਾ ਭਾਵ ਕਿ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਦਿਆਂ ਹੋਰ ਆਲੇ ਦੁਆਲੇ ਦੀਆਂ ਗੱਲਾਂ ਬਾਤਾਂ ਨਹੀਂ ਹੋਣੀਆਂ ਚਾਹੀਦੀਆਂ। ਦੇਗ ਤਿਆਰ ਕਰਦਿਆਂ ਭਾਵੇਂ ਮੂਲ ਮੰਤਰ ਦਾ ਪਾਠ ਕੀਤਾ ਜਾਵੇ, ਚਾਹੇ ਬਣਾਉਣ ਵਾਲੇ ਨੂੰ ਕੰਠ ਹੈ ਜਪਜੀ ਸਾਹਿਬ ਪੜ੍ਹ ਲਵੇ, ਭਾਵੇਂ ਆਨੰਦ ਸਾਹਿਬ ਜਾਂ ਹੋਰ ਕੋਈ ਬਾਣੀ ਪੜ੍ਹ ਲਵੇ। ਇੱਥੇ ਗੁਰਬਾਣੀ ਦਾ ਪਾਠ ਕਰਕੇ ਤਿਆਰ ਕਰਨ ਦਾ ਭਾਵ ਇਹ ਹੈ ਕਿ ਵਿੱਚ ਹੋਰ ਐਵੇਂ ਸੰਸਾਰੀ ਗੱਲਾਂ ਬਾਤਾਂ ਨਾ ਕਰੇ। ਬਹੁਤ ਅਦਬ ਭਾਵ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਦਿਆਂ ਹੋਇਆਂ ਗੁਰੂ ਰਸਨਾ ਤੋਂ ਜਪਿਆ ਜਾਵੇ। ਔਰ ਇਸ ਵਿਧੀ ਨੂੰ ਹੋਰ ਆਪਾਂ ਥੋੜਾ ਜਿਹਾ ਵਿਸਥਾਰ ਵਿੱਚ ਗੱਲ ਕਰਨੀ ਹੋਵੇ, 3 ਚੀਜ਼ਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਕੜਾਈ ਅੱਗ ਤੇ ਰੱਖ ਕੇ ਘਿਓ ਪਾਇਆ ਜਾਂਦਾ ਹੈ। ਘਿਓ ਦੇ ਵਿੱਚ ਆਟਾ ਪਾ ਕੇ ਮੱਧਮ ਸੇਕ ਤੇ ਉਹਨੂੰ ਭੁੰਨਿਆ ਜਾਵੇ ਤੇ ਜਦੋਂ ਠੀਕ ਆਟਾ ਭੁੱਜ ਜਾਏ ਫਿਰ ਚਾਸ ਭਾਵ ਪਾਣੀ ਦੇ ਵਿੱਚ ਉਬਾਲੀ ਹੋਈ ਖੰਡ ਉਹਨੂੰ ਪ੍ਰਸ਼ਾਦ ਵਿੱਚ ਪਾ ਦਿੱਤਾ ਜਾਏ ਤੇ ਠੀਕ ਢੰਗ ਨਾਲ ਉਹਦਾ ਮਿਸ਼ਰਣ ਹੋ ਸਕੇ। ਇਸ ਢੰਗ ਨਾਲ ਦੇਗ ਤਿਆਰ ਹੁੰਦੀ ਹੈ। ਔਰ ਦੇਗ ਤਿਆਰ ਕਰਦਿਆਂ ਜ਼ਰੂਰੀ ਹੈ ਨਾ ਤੇ ਆਟਾ ਕੱਚਾ ਰਹਿ ਜਾਏ ਤੇ ਨਾ ਬਹੁਤਾ ਸੜ ਜਾਏ। ਕਾਰਨ ਜੇ ਆਟਾ ਦੇਗ ਦਾ ਕੱਚਾ ਹੋਇਆ, ਠੀਕ ਨਹੀਂ ਭੁੰਨਿਆ, ਜਦੋਂ ਪਾਣੀ ਪਾ ਕੇ ਦੇਗ ਤਿਆਰ ਹੋਵੇਗੀ, ਪ੍ਰਸ਼ਾਦ ਲੈਣ ਲੱਗਿਆਂ, ਪ੍ਰਸ਼ਾਦ ਵਰਤਾਉਣ ਲੱਗਿਆਂ ਉਹ ਹੱਥਾਂ ਦੇ ਨਾਲ ਚਿਪਕੇਗਾ, ਇੱਕ ਲੇਪ ਬਣ ਜਾਏਗੀ ਜੇ ਆਟਾ ਕੱਚਾ ਹੋਏਗਾ। ਔਰ ਜੇ ਬਹੁਤਾ ਆਟਾ ਭੁੱਜ ਗਿਆ ਤੇ ਪ੍ਰਸ਼ਾਦ ਦਾ ਰੰਗ ਇੰਨਾ ਲਾਲ ਹੋ ਜਾਏਗਾ ਕਿ ਉਹ ਵੀ ਸ਼ੋਭਨੀਕ ਨਹੀਂ ਹੋਏਗਾ। ਇਸ ਲਈ ਪ੍ਰਸ਼ਾਦ ਦੇਗ ਤਿਆਰ ਕਰਦਿਆਂ ਵੀ ਇਸ ਗੱਲ ਦੀ ਸਾਵਧਾਨੀ ਰੱਖਣ ਦੀ ਜ਼ਰੂਰਤ ਹੈ। ਇਹ ਗੱਲ ਵੱਖਰੀ ਹੈ ਕਿ ਮਨੁੱਖ ਜਿਹੜਾ ਵੀ ਕਰਮ ਕਰਦਾ ਹੈ ਨਾ, ਜਿਹੜਾ ਵੀ ਕਰਮ ਨਿਭਾਉਂਦਾ ਹੈ, ਉਹਦੇ ਵਿੱਚ ਥੋੜਾ ਬਹੁਤਾ ਵਾਧਾ ਘਾਟਾ ਭੁੱਲ ਚੁੱਕ ਹੋ ਸਕਦੀ ਹੈ, ਪਰ ਕੋਸ਼ਿਸ਼ ਇਹ ਹੋਵੇ ਕਿ ਦੇਗ ਨੂੰ ਪਿਆਰ ਨਾਲ ਪੂਰਾ ਢੰਗ ਦੇ ਨਾਲ ਵਿਧੀ ਦੇ ਨਾਲ ਤਿਆਰ ਕੀਤਾ ਜਾਵੇ ਤੇ ਅੰਦਰ ਇਹ ਭਾਵਨਾ ਹੋਵੇ
कि ये मेरे गुरु दे मुख पैनी है। वो किवें? गुर सिक्खा अंदर सतगुर वरते, ये उन्हां गुर सिक्खां ने छकनी है प्रसाद रूप दे विच गुरु दे दर ते प्रवानगी दी अरदास करके। इसलिए बहुत प्यार भाव दे नाल कड़ा प्रसाद दी देग नूं तैयार कीता जावे। भाई साहब भाई नंद लाल जी ने रहतनामे दे विच कड़ा प्रसाद दी देग तैयार करन दा विधान लिखिया है और किसी हद तक रहत मर्यादा विच उन्हां गल्लां नूं ही पाया गया है। उन्हां दी रचना कविता दे विच है ते ये वार्तक विच है, रहत मर्यादा। भाई नंद लाल जी लिखते ने, कड़ा करन की विध सुन लीजै, कड़ा प्रसाद तैयार करन दी विधि सुन लीजै। तीन भाग को समसर कीजै, समसर कहते ने बराबर नूं, तीन भाग भाव तीन चीज़ां घ्यो आटा ते मिठा, तीन चीज़ां। तीन भाग को समसर कीजै, लेपन आगे बहुकर दीजै, मांजन कर भांजन तो भीजै। जिथे प्रसाद बनाया जाना लेपन कर बहुकर दीजे दा भाव भी जे जगह दे विच होर खलारा पिया ते बहुकर तो मुराद झाड़ू दे के जगह साफ होवे। पुराने समय मुताबक मिट्टी दे चुल्हे लेपन कर लेना, भाव यह है भी सफाई होवे जिथे कड़ा प्रसाद की देग तैयार होनी है। भरम वाली जां सुच भेट वाली बात नहीं, सफाई का संबंध है। इत्थे भी वो चौंका जिथे देग बननी है, गैस वो साफ करके फिर उत्ते कढ़ाई रखी जावे, ढंग नाल बड़े अदब नाल देग बनाई जावे। ते इस तरह भाई नंद लाल जी आखते ने कि लेपन कर बहुकर दीजै, मांजन कर भांजन तो भीजै। भांडियां नूं बर्तनां नूं मांज के धो के देग बनाउणी शुरू करे। फिर इस तो अगली कर इशनान पवित्र हवै भवै बहे, वाहे गुरु बिन अवर न कहे। इशनान करके पवित्र होके, भाव असीं कोई भी जेड़ा धार्मिक कर्म गुरु नाल जुड़िया सवेर दी क्रिया मनुख नितनेम करना है तो इशनान करदा ही है। ये बिल्कुल मुढ़लियां गल्लां ने। कड़ा प्रसाद की देग तैयार करनी है, संगत ने छकनी है गुरु भावना विच, बिल्कुल मुढ़लियां गल्लां ने। इशनान पानी करके गुरु गुरु जपदियां कड़ा प्रसाद की देग तैयार करनी एक विधान है। भाई नंद लाल जी आखते ने, होए कर इशनान पवित्र हवै बहे, वाहे गुरु बिन अवर न कहे। देग बनाउंदियां होया आले दुआले गल्लां बातां ना करे, वाहे गुरु कहना। जिवें रहत मर्यादा विच लिखिया भी गुरबाणी दा पाठ करे। मुराद उसे गल तो है भी जां वाहिगुरु कहता रहे जां गुरबाणी दा पाठ कर लवे, वाधू गल्लां बातां ना करे देग बनाउंदियां होया। वाहिगुरु बिन अवर ना कहे, कर तैयार चौंकी पर धरै। चार ओर कीर्तन बह करै। तैयार करके चौंकी ते धर लवे, भाव गुरु की हजूरी विच लिया के रखे। और चार ओर बैठ के, भाव संगत रूप विच बैठ के, वैसे भी चार ओर दा हुंदा भी चार सफेरे बैठ के। ते इस कविता च कही हुई गल है कि गुरु के हजूर बैठ के ते बह के कीर्तन करे। गुरु की बाणी दा पाठ कीर्तन गुर शब्द दी विचार, भाव जिहड़ी संगत दी मर्यादा है वो निभाई जावे। इस ढंग दे नाल कड़ा प्रसाद दी देग तैयार करने का विधान जिहड़ा पहले नंबर में दस्सिया ना भी विधि अनुसार, वो विधि ये है कि जिस अस्थान ते देग तैयार होनी है उन्हें साफ कर लवे, बर्तन साफ होण, प्रेम भाव नाल गुरु की बाणी गुरु गुरु जपदियां देग तैयार होवे, बर्तन विच पा के ढक के गुरु की हजूरी विच लियांदी जावे। भाई नंद लाल जी का वचन फिर दोहरा दिया, कड़ा करन की विध सुन लीजै, तीन भाग को समसर कीजै, लेपन कर बहुकर दीजै,
ਮਾਂਜਨ ਕਰ ਭਾਂਜਨ ਤੋਂ ਵੀਜੈ, ਕਰ ਇਸ਼ਨਾਨ ਪਵਿੱਤਰ ਹਵੈ ਬਹਿ, ਵਾਹਿਗੁਰੂ ਬਿਨ ਅਵਰ ਨ ਕਹਿ, ਕਰ ਤਿਆਰ ਚੌਂਕੀ ਪਰ ਧਰੈ, ਚਾਰ ਔਰ ਕੀਰਤਨ ਬਹਿ ਕਰੈ। ਕੋਲ ਬੈਠ ਕੇ ਕੀਰਤਨ ਕਰੇ ਔਰ ਇਸ ਢੰਗ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਜਾਵੇ। ਔਰ ਬੇਨਤੀ ਕਰਾਂ, ਇਹ ਜਿਹੜੀ ਕੜਾਹ ਪ੍ਰਸ਼ਾਦ ਦੀ ਦੇਗ ਜਾਂ ਇਸ ਤਰ੍ਹਾਂ ਦਾ ਕੋਈ ਵੀ ਨਿਯਮ ਹੈ ਨਾ, ਇਹਦੇ ਵਾਸਤੇ ਪੱਕੀ ਡਿਊਟੀ ਨਹੀਂ ਹੈ ਵੀ ਕੜਾਹ ਪ੍ਰਸ਼ਾਦ ਤਿਆਰ ਕਰਨ ਦੀ ਇੱਕ ਵੱਖਰੀ ਜੌਬ ਹੋਵੇ। ਹਰੇਕ ਸਿੱਖ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਆਉਣੀ ਚਾਹੀਦੀ ਹੈ ਔਰ ਯਤਨ ਕਰਨਾ ਚਾਹੀਦਾ ਹੈ, ਭਾਵੇਂ ਘਰ ਭਾਵੇਂ ਗੁਰਦੁਆਰਾ ਸਾਹਿਬ ਇਹ ਸੇਵਾ। ਕਿਉਂਕਿ ਗੁਰੂ ਘਰ ਵਿੱਚ ਵਿਧਾਨ ਇਹ ਹੈ ਕਿ ਇਕੱਲੀ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਨਹੀਂ ਆਉਣੀ ਚਾਹੀਦੀ, ਸਿੱਖ ਨੂੰ ਅਰਦਾਸ ਕਰਨੀ ਵੀ ਆਉਣੀ ਚਾਹੀਦੀ ਹੈ। ਹਰੇਕ ਸਿੱਖ ਨੂੰ ਹੁਕਮਨਾਮਾ ਵੀ ਲੈਣਾ ਆਉਣਾ ਚਾਹੀਦਾ ਹੈ। ਹਰੇਕ ਸਿੱਖ ਨੂੰ ਗੁਰਬਾਣੀ ਦਾ ਪਾਠ ਕਰਨਾ ਆਉਣਾ ਚਾਹੀਦਾ ਹੈ। ਕਿਉਂਕਿ ਸਾਡਾ ਧਰਮ ਜਿਹੜਾ ਉਹ ਰਲ ਮਿਲ ਕੇ ਗੁਰੂ ਕੀ ਬਾਣੀ ਪ੍ਰਮਾਤਮਾ ਦੀ ਰੱਬੀ ਸਿਫਤ ਸਲਾਹ ਕਰਨ ਦਾ ਧਰਮ ਹੈ। ਇੱਥੇ ਵਖਰੇਵਾਂ ਨਹੀਂ ਹੈ। ਇਹ ਗੱਲ ਵੱਖਰੀ ਹੈ ਕਿ ਆਪਾਂ ਪੱਕੇ ਤੌਰ ਤੇ ਸੇਵਾ ਨਿਭਾਉਣ ਲਈ ਗੁਰੂ ਕੇ ਘਰ ਵਿੱਚ ਗ੍ਰੰਥੀ ਸੇਵਾਦਾਰ ਰਾਗੀ ਸਿੰਘ ਪੱਕੇ ਤੌਰ ਤੇ ਇੱਕ ਡਿਊਟੀ ਤੌਰ ਤੇ ਆਪਾਂ ਉਹਨਾਂ ਕੋਲ ਸੇਵਾ ਲੈ ਰਹੇ ਹੁੰਦੇ ਹਾਂ। ਪਰ ਇਹ ਹਰੇਕ ਸਿੱਖ ਪਾਠ ਕਰ ਸਕਦਾ ਹੈ, ਕੀਰਤਨ ਕਰ ਸਕਦਾ ਹੈ, ਅਰਦਾਸ ਕਰ ਸਕਦਾ ਹੈ, ਹੁਕਮਨਾਮਾ ਲੈ ਸਕਦਾ ਹੈ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰ ਸਕਦਾ ਹੈ। ਹਰੇਕ ਸਿੱਖ ਦਾ ਹੱਕ ਹੈ। ਸੋ ਕੜਾਹ ਪ੍ਰਸ਼ਾਦ ਤਿਆਰ ਕਰਨ ਦੀ ਵਿਧੀ ਇਹ ਹੈ, ਸਵੱਛ ਭਾਂਡੇ ਵਿੱਚ ਤਿਰਭਾਵਲੀ ਬ੍ਰੈਕਟ ਵਿੱਚ ਲਿਖਿਆ ਆਟਾ ਉੱਤਮ ਮਿੱਠਾ ਤੇ ਘੀ ਇੱਕੋ ਜਿਹੇ ਪਾ ਕੇ ਗੁਰਬਾਣੀ ਦਾ ਪਾਠ ਕਰਦੇ ਹੋਏ ਤਿਆਰ ਕੀਤਾ ਜਾਵੇ। ਫਿਰ ਸਵੱਛ ਬਸਤਰ ਨਾਲ ਢੱਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਸਵੱਛ ਚੌਂਕੀ ਉੱਪਰ ਰੱਖਿਆ ਜਾਵੇ। ਸਵੱਛ ਬਸਤਰ ਨਾਲ ਢੱਕ ਕੇ ਸਤਿਗੁਰਾਂ ਦੀ ਹਜ਼ੂਰੀ ਸਵੱਛ ਚੌਂਕੀ ਤੇ ਰੱਖਿਆ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਸੰਗਤ ਨੂੰ ਉੱਚੀ ਆਵਾਜ਼ 'ਚ ਸੁਣਾ ਕੇ ਆਨੰਦ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਤੇ ਅੰਤਲੀ 1 ਪੌੜੀ ਦਾ ਪਾਠ ਕੀਤਾ ਜਾਵੇ। ਸਤਿਗੁਰਾਂ ਦੇ ਹਜ਼ੂਰ ਕੜਾਹ ਪ੍ਰਸ਼ਾਦ ਰੱਖ ਕੇ ਤੇ ਉੱਚੀ ਆਵਾਜ਼ ਵਿੱਚ 6 ਪੌੜੀਆਂ, ਆਨੰਦ ਸਾਹਿਬ ਦੀਆਂ ਪਹਿਲੀਆਂ 5 ਤੇ 1 ਆਖਰੀ 6 ਪੌੜੀਆਂ ਦਾ ਪਾਠ ਕੀਤਾ ਜਾਵੇ ਅਤੇ ਅਰਦਾਸਾ ਸੋਧਿਆ ਜਾਵੇ ਤੇ ਪ੍ਰਵਾਨਗੀ ਲਈ ਕਿਰਪਾਨ ਭੇਟ ਹੋਵੇ। ਜਦੋਂ ਇੱਥੇ ਆਨੰਦ ਸਾਹਿਬ ਦੀਆਂ ਪੌੜੀਆਂ ਦਾ 6 ਦਾ ਜ਼ਿਕਰ ਕੀਤਾ ਨਾ, ਉੱਥੇ ਨਾਲ ਪੈਰ ਵਿੱਚ ਫੁੱਟਨੋਟ ਲਿਖਿਆ ਹੈ, ਇੱਕ ਵਾਰੀ ਆਨੰਦ ਸਾਹਿਬ ਦਾ ਪਾਠ ਹੋ ਚੁੱਕਣ ਮਗਰੋਂ ਫਿਰ ਕੜਾਹ ਪ੍ਰਸ਼ਾਦ ਦੀ ਦੇਗ ਆ ਜਾਵੇ ਤਾਂ ਆਨੰਦ ਸਾਹਿਬ ਦਾ ਪਾਠ ਮੁੜ ਨਹੀਂ ਕਰਨਾ, ਕਿਰਪਾਨ ਭੇਟ ਕਰਨਾ ਹੀ ਕਾਫੀ ਹੈ। ਕੜਾਹ ਪ੍ਰਸ਼ਾਦ ਵਾਸਤੇ ਜਦੋਂ ਆਨੰਦ ਸਾਹਿਬ ਪੜ੍ਹਿਆ ਗਿਆ ਨਾ, ਉਸ ਤੋਂ ਬਾਅਦ ਵਿੱਚ ਵੀ ਦੇਗ ਆ ਜਾਏ ਤੇ ਇੱਕ ਅਰਦਾਸ ਹੋ ਗਈ ਹੈ ਤੇ ਕਿਰਪਾਨ ਭੇਟ ਕਰਨੀ, ਬਾਰ-ਬਾਰ ਆਨੰਦ ਸਾਹਿਬ ਪੜ੍ਹਨਾ ਰਹਿਤ ਮਰਿਆਦਾ ਵਿੱਚ ਲਿਖਿਆ ਹੈ ਕਿ ਇੱਕ ਵਾਰੀ ਪੜ੍ਹਿਆ ਗਿਆ ਤੇ ਉਹ ਪ੍ਰਵਾਨ ਹੈ, ਸਿਰਫ ਕਿਰਪਾਨ ਭੇਟ ਹੀ ਕੀਤੀ ਜਾਵੇ। ਹੁਣ ਇਹ ਜ਼ਰੂਰੀ ਹੈ ਕਿ ਦੇਗ ਨੂੰ ਜਦੋਂ ਭੋਗ ਲਾਇਆ ਜਾਂਦਾ ਹੈ ਤੇ ਰਹਿਤ ਮਰਿਆਦਾ ਦੇ ਮੁਤਾਬਕ ਇਹ ਲਫ਼ਜ਼ ਜਿਹੜਾ ਭੋਗ ਲੱਗੇ ਜਾਂ ਭੋਗ ਲਾਓ ਇਹ ਨਹੀਂ, ਕਿਰਪਾਨ ਭੇਟ ਕਰਨ ਦਾ ਜਿਹੜਾ ਵਿਧਾਨ ਹੈ ਕਿ ਅਰਦਾਸ ਇਹ ਹੋਵੇ ਕਿ ਸਤਿਗੁਰੂ ਜੀ ਕੜਾਹ ਪ੍ਰਸ਼ਾਦ ਦੀ ਦੇਗ ਆਪ ਜੀ ਦੇ ਹਜ਼ੂਰ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਇਹ ਲਫ਼ਜ਼ ਠੀਕ ਹੈ।
ਭੋਗ ਲਾਓ ਜਾਂ ਭੋਗ ਲੱਗੇ ਆਪ ਜੀ ਨੂੰ, ਇਹ ਲਫ਼ਜ਼ ਗੁਰਮਤ ਅਨੁਸਾਰੀ ਨਹੀਂ ਹੈ, ਭਾਵੇਂ ਕਿ ਬਹੁਤਾ ਪ੍ਰਚਲਿਤ ਕਰ ਦਿੱਤਾ ਗਿਆ ਜਿਨ੍ਹਾਂ ਸਿੱਖ ਰਹਿਤ ਮਰਿਆਦਾ ਨਹੀਂ ਪੜੀ। ਕਾਰਨ ਅਨਮਤਾਂ ਵਾਲੇ ਲੋਕ ਆਪਣੇ ਦੇਵਤਿਆਂ ਨੂੰ ਭੋਜਨ ਦੇ ਥਾਲ ਪਰੋਸਦੇ ਨੇ, ਭੋਗ ਲਵਾਉਣ ਦੀ ਕਿਰਿਆ ਨਿਭਾਉਂਦੇ ਨੇ, ਪਰ ਸਿੱਖ ਜਿਹੜਾ ਹੈ ਉਹ ਗੁਰੂ ਕੇ ਹਜ਼ੂਰ ਪ੍ਰਸ਼ਾਦ ਭੇਟ ਕਰਕੇ ਅਰਦਾਸ ਕਰਕੇ ਤੇ ਸਿੱਖਾਂ ਸੰਗਤਾਂ ਵਿੱਚ ਵਰਤਾਉਂਦਾ ਹੈ, ਨਾ ਕਿ ਗੁਰੂ ਦੇ ਭੋਗ ਵਾਲੀ ਮਰਿਆਦਾ ਨਿਭਾ ਰਿਹਾ ਹੁੰਦਾ ਹੈ। ਤੇ ਜੇ ਅਸੀਂ ਵੀ ਉਹ ਨਿਭਾ ਰਹੇ ਹੋਵਾਂਗੇ ਤੇ ਫਿਰ ਮੂਰਤੀ ਪੂਜਾ ਵਾਲੀ ਬਾਤ ਹੋਵੇਗੀ। ਅੱਜ ਦੇ ਜਿਹੜੇ ਆਪਣੇ ਹੀ ਪਰਿਵਾਰਾਂ ਦੇ ਪੜ੍ਹੇ ਲਿਖੇ ਬੱਚੇ ਨੇ ਨਾ, ਜਦੋਂ ਐਸੇ ਸਵਾਲ ਕਰਦੇ ਨੇ ਕਿ ਇਹ ਜੇ ਐਵੇਂ ਹੀ ਭੋਗ ਲਾਉਣਾ ਹੈ ਤੇ ਫਿਰ ਮੂਰਤੀ ਪੂਜਾ ਵਿੱਚ ਕੀ ਫਰਕ ਹੈ, ਸਾਡੇ ਕੋਲ ਕੋਈ ਜਵਾਬ ਨਹੀਂ ਹੁੰਦਾ। ਕਾਰਨ ਕਿ ਸਾਨੂੰ ਖੁਦ ਨਹੀਂ ਪਤਾ ਹੁੰਦਾ ਕਿ ਸਾਡੀ ਜਿਹੜੀ ਮਰਿਆਦਾ ਉਹ ਇੱਕ ਵੱਖਰੀ ਬਾਤ ਹੈ, ਇੱਥੇ ਭੋਗ ਲਾਉਣ ਦੀ ਮਰਿਆਦਾ ਨਹੀਂ ਹੈ। ਇੱਥੇ ਤੇ ਗੁਰੂ ਅੱਗੇ ਅਰਦਾਸ ਕਰਕੇ ਸੰਗਤ ਨੇ ਛਕਣਾ ਹੈ, ਸੰਗਤ ਵਾਸਤੇ ਹੈ ਪ੍ਰਸ਼ਾਦ ਬਣਿਆ ਹੋਇਆ। ਤੇ ਗੁਰੂ ਦੀ ਪ੍ਰਵਾਨਗੀ ਲਈ ਦੋ ਲਫ਼ਜ਼ ਗੁਰੂ ਚਰਨਾਂ ਵਿੱਚ ਕਹਿਣੇ ਵੀ ਸੰਗਤ ਵਿੱਚ ਵਰਤਾਉਣ ਦੀ ਆਗਿਆ ਦਿਓ, ਇਹ ਲਫ਼ਜ਼ ਇੱਥੇ ਪ੍ਰਵਾਨ ਹੈ। ਪਰ ਸਾਡੇ ਧਰਮ ਅੰਦਰ ਅਸੀਂ ਦੇਖਦੇ ਹਾਂ ਕੁਝ ਸੰਸਥਾਵਾਂ ਜਥੇਬੰਦੀਆਂ ਨੇ ਐਸੇ ਲਫ਼ਜ਼ ਪ੍ਰਚਲਿਤ ਕਰ ਦਿੱਤੇ। ਗੁਰਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ, ਅਨਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਬਿੰਜਨ ਮਿਸਟਾਏ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭੋ ਭੋਗ ਹਰ ਰਾਏ। ਇੱਥੇ ਪੰਕਤੀ ਵਿੱਚ ਅੱਖਰ ਆ ਗਿਆ ਭੋਗ, ਤੇ ਅਸੀਂ ਬਣਾ ਲਿਆ ਵੀ ਜਦੋਂ ਭੋਗ ਲਾਉਣਾ ਉਦੋਂ ਅਰਦਾਸ ਵਿੱਚ ਇਹ ਬਕਾਇਦਾ ਪੰਕਤੀਆਂ ਪੜ੍ਹੀਆਂ ਜਾਂਦੀਆਂ ਨੇ ਕਿ ਲਾਭੋ ਭੋਗ ਹਰ ਰਾਏ। ਸਾਰਾ ਸ਼ਬਦ ਮੈਂ ਆਪ ਜੀ ਨਾਲ ਸਾਂਝਾ ਕਰਾਂ ਕਿ ਸ਼ਬਦ ਦਾ ਭਾਵ ਕੀ ਹੈ। ਦੋ ਪੰਕਤੀਆਂ ਵਿੱਚੋਂ ਕੱਢ ਕੇ ਤੇ ਇਹਨੂੰ ਮਰਿਆਦਾ ਬਣਾ ਲੈਣਾ ਸਿਆਣਪ ਤੇ ਨਹੀਂ, ਪਰ ਸਾਰਾ ਕੁਝ ਹੋ ਰਿਹਾ ਚੱਲੀ ਜਾ ਰਿਹਾ। ਸਗੋਂ ਐਸਾ ਕਰਨ ਵਾਲੇ ਦਾਅਵਾ ਕਰਦੇ ਨੇ ਵੀ ਅਸੀਂ ਵੱਡੀ ਮਰਿਆਦਾ ਦੀ ਪਾਲਣਾ ਕਰਦੇ ਹਾਂ, ਔਰ ਸਾਡਾ ਸਿੱਖ ਜਗਤ ਵੀ ਉਹਨਾਂ ਨੂੰ ਉਵੇਂ ਪ੍ਰਵਾਨ ਕਰੀ ਜਾਂਦਾ ਹੈ। ਪਹਿਲੀ ਗੱਲ ਤੇ ਇਹਨਾਂ ਪੰਕਤੀਆਂ ਬਾਰੇ ਵਿੱਚ ਹੀ ਬੇਨਤੀ ਕਰਾਂ। ਪੰਕਤੀਆਂ ਵਿੱਚ ਇਹ ਕਿਹਾ ਜਾ ਰਿਹਾ ਵੀ ਅਨਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਬਿੰਜਨ ਮਿਸਟਾਏ। ਇਸ ਅਕਾਲ ਪੁਰਖ ਪ੍ਰਮਾਤਮਾ ਅਨੇਕਾਂ ਪ੍ਰਕਾਰ ਦੇ ਭੋਜਨ ਤਿਆਰ ਕੀਤੇ ਨੇ। ਬਹੁ ਬਿੰਜਨ, ਅਨੇਕਾਂ ਹੀ ਵਿਅੰਜਨ ਤਿਆਰ ਕੀਤੇ ਨੇ। ਮਿਸਟਾਏ, ਮਿੱਠੇ ਪਦਾਰਥ ਵੀ ਤਿਆਰ ਕੀਤੇ ਨੇ। ਤੇ ਆਪਾਂ ਤੇ ਸਿਰਫ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਵਾਉਣਾ ਹੁੰਦਾ ਹੈ, ਤੇ ਅਨੇਕਾਂ ਪ੍ਰਕਾਰ ਦੇ ਭੋਜਨ ਉਹ ਵਿੱਚ ਕਿਸ ਤਰ੍ਹਾਂ ਆ ਗਏ। ਅਨਕ ਪ੍ਰਕਾਰ ਭੋਜਨ, ਅਨਕ ਹੁੰਦਾ ਬਹੁਤੇ, ਅਨੇਕਾਂ, ਤੇ ਆਪਣੇ ਕੋਲ ਕੱਲੀ ਕੜਾਹ ਪ੍ਰਸ਼ਾਦ ਦੀ ਦੇਗ ਹੈ। ਅਨਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਬਿੰਜਨ ਮਿਸਟਾਏ, ਬਹੁਤੇ ਪ੍ਰਕਾਰ ਦੇ ਬਿੰਜਨ ਮਿਸ਼ਟਾਨ ਪਦਾਰਥ ਤਿਆਰ ਕੀਤੇ ਨੇ। ਕਰੀ ਪਾਕ ਸਾਲ, ਪਾਕ ਸਾਲ ਕਹਿੰਦੇ ਰਸੋਈ। ਸੋਚ ਪਵਿੱਤਰਾ, ਸੋਚ ਤੇ ਪਵਿੱਤਰਤਾ ਨਾਲ ਰਸੋਈ ਤਿਆਰ ਕੀਤੀ ਹੈ। ਹੁਣ ਲਾਭੋ ਭੋਗ ਹਰ ਰਾਏ। ਇਹਨਾਂ ਪੰਕਤੀਆਂ ਨੂੰ ਇੱਥੇ ਭੋਗ ਦੇ ਵਿੱਚ ਲਾਉਣ ਵਿੱਚ ਇਵੇਂ ਵਰਤਿਆ ਜਾਂਦਾ ਹੈ। ਪਰ ਜੇ ਸ਼ਬਦ ਨੂੰ ਸਮਝਣਾ ਹੋਵੇ ਤੇ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਬਦ ਹੈ, ਮਲਾਰ ਰਾਗ ਵਿੱਚ 1266 ਅੰਕ ਤੇ ਦਰਜ ਹੈ। ਤੁਸੀਂ ਆਪ ਵੀ ਇਹਦੇ ਅਰਥ ਕਦੀ ਪੜ੍ਹਨ ਦਾ ਯਤਨ ਕਰਾਂ, ਬਾਤ ਜ਼ਿਆਦਾ ਸਮਝ ਵਿੱਚ ਆ ਜਾਂਦੀ ਹੈ। ਸ਼ਬਦ ਸ਼ੁਰੂ ਹੁੰਦਾ ਹੈ, ਕਿਆ ਤੂੰ ਸੋਚੈ, ਕਿਆ ਤੂੰ ਚਿਤਵੈ, ਕਿਆ ਤੂੰ ਕਰੈ ਉਪਾਏ, ਤਾ ਕੋ ਕਹਾ ਪ੍ਰਵਾਹ ਕਾਹੂ ਕੀ, ਜਿਹੇ ਗੋਪਾਲ ਸੁਹਾਏ, ਬਰਸੈ ਮੇਘ ਸਖੀ ਘਰ ਪਾਹੁਨ ਆਏ, ਮੋਹੇ ਦੀਨ ਕਿਰਪਾ ਨਿਧ ਠਾਕੁਰ, ਨਵ ਨਿਧ ਨਾਮ ਸਮਾਏ। ਗੁਰੂ ਸਾਹਿਬ ਆਖਦੇ ਨੇ ਕਿ ਪ੍ਰਮਾਤਮਾ ਦੀ ਸ਼ਰਨ ਛੱਡ ਕੇ, ਹੇ ਮਨੁੱਖ, ਕਿਆ ਤੂੰ ਸੋਚੈ, ਕਿਆ ਤੂੰ ਚਿਤਵੈ, ਤੂੰ ਕੀ ਸੋਚਾਂ ਸੋਚਦਾ ਹੈ, ਕੀ ਚਿਤਵਦਾ ਹੈ, ਕਿਆ ਤੂੰ ਕਰੈ ਉਪਾਏ, ਕਿਹੜੇ ਉਪਾਅ ਹੀਲੇ ਕਰਨ ਵਿੱਚ ਲੱਗਾ ਹੋਇਆ, ਤਾ ਕੋ ਕਹੋ ਪ੍ਰਵਾਹ ਕਾਹੂ ਕੀ,
ਜਿਹੇ ਗੋਪਾਲ ਸੁਹਾਏ, ਜਿਹਦਾ ਸੁਹਾਈ ਗੋਪਾਲ ਅਕਾਲ ਪੁਰਖ ਹੋਵੇ, ਪਰਮਾਤਮਾ ਹੋਵੇ। ਗੋਪਾਲ ਭਾਵ ਪ੍ਰਿਥਵੀ ਦੀ ਧਰਤੀ ਦੀ ਪਾਲਣਾ ਕਰਨ ਵਾਲਾ ਅਕਾਲ ਪੁਰਖ ਹੋਵੇ, ਉਹਨੂੰ ਕਿਸੇ ਦੀ ਕੀ ਪਰਵਾਹ ਹੋ ਸਕਦੀ ਹੈ ਜਿਹਦਾ ਪ੍ਰਮਾਤਮਾ ਆਪ ਸਹਾਈ ਹੈ। ਪੰਕਤੀਆਂ ਦੇ ਅਰਥ ਨੇ। ਰਹਾਉ ਦੀ ਪੰਕਤੀ ਹੈ, ਬਰਸੈ ਮੇਘ ਸਖੀ ਘਰ ਪਾਹੁਨ ਆਏ। ਸਖੀ ਭਾਵ ਸਹੇਲੀ। ਇਹ ਮੇਰੀ ਸਹੇਲੀ, ਗੁਰਸਿੱਖ ਸਹੇਲੀਆਂ। ਬਰਸੈ ਮੇਘ ਸਖੀ ਘਰ ਪਾਹੁਨ ਆਏ। ਮੇਰੇ ਘਰ ਦੇ ਵਿੱਚ ਪਾਹੁਨ ਪ੍ਰਾਹੁਣਾ ਆਇਆ, ਪ੍ਰਮਾਤਮਾ ਅਕਾਲ ਪੁਰਖ ਆਇਆ ਹਿਰਦੇ ਘਰ ਵਿੱਚ। ਤੇ ਮੈਨੂੰ ਇੰਜ ਲੱਗਦਾ ਵੀ ਜਿਵੇਂ ਉਹਦੀ ਮਿਹਰ ਦਾ, ਮੇਘ ਕਹਿੰਦੇ ਨੇ ਬੱਦਲ ਨੂੰ, ਉਹਦੀ ਮਿਹਰ ਦਾ ਬੱਦਲ ਮੇਰੇ ਹਿਰਦੇ ਵਿੱਚ ਵਸ ਰਿਹਾ। ਬਰਸੈ ਮੇਘ ਸਖੀ ਘਰ ਪਾਹੁਨ ਆਏ। ਮੇਰੇ ਹਿਰਦੇ ਘਰ ਵਿੱਚ ਪ੍ਰਮਾਤਮਾ ਆ ਗਿਆ ਤੇ ਮਾਨੋ ਉਹਦੀ ਕਿਰਪਾ ਦਾ ਬੱਦਲ ਮੇਰੇ ਹਿਰਦੇ ਵਿੱਚ ਵਰਸ ਰਿਹਾ। ਜਿਵੇਂ ਧਰਤੀ ਤੇ ਬੱਦਲ ਵਰਸੇ, ਮੀਂਹ ਪਵੇ ਤੇ ਸ਼ਾਂਤੀ ਹੁੰਦੀ ਹੈ, ਠੰਡਕ ਪੈਦਾ ਹੁੰਦੀ ਹੈ। ਇਹਦਾ ਭਾਵ ਇਹ ਹੈ ਕਿ ਮੇਰੇ ਹਿਰਦੇ ਵਿੱਚ ਜਿਹੜੀ ਵਿਕਾਰਾਂ ਦੀ ਤਪਸ਼ ਸੀ ਨਾ, ਉਹ ਪ੍ਰਮਾਤਮਾ ਜੀ ਜਦੋਂ ਆਏ ਤੇ ਮਾਨੋ ਮਿਹਰ ਦਾ ਬੱਦਲ ਵਰਿਆ, ਮੇਰੇ ਹਿਰਦੇ ਦੇ ਅੰਦਰ ਸ਼ਾਂਤੀ ਆ ਗਈ। ਮੋਹਿ ਦੀਨ ਕਿਰਪਾ ਨਿਧ ਠਾਕੁਰ। ਮੋਹਿ ਦੀਨ ਪ੍ਰਮਾਤਮਾ, ਮੈਂ ਦੀਨ ਹਾਂ, ਮੈਂ ਕੰਗਾਲ ਹਾਂ। ਕਿਰਪਾ ਨਿਧ ਠਾਕੁਰ, ਕਿਰਪਾ ਦੇ ਖਜ਼ਾਨੇ ਠਾਕੁਰ ਮਾਲਕ। ਨਵ ਨਿਧ ਨਾਮ ਸਮਾਏ। ਤੇਰੇ ਨਾਮ ਵਿੱਚ ਸਮਾਉਣਾ, ਤੇਰੇ ਨਾਮ ਵਿੱਚ ਲੀਨ ਹੋਣਾ ਹੀ ਮੇਰੇ ਵਾਸਤੇ 9 ਨਿਧਾਂ ਨੇ, 9 ਖਜ਼ਾਨੇ ਨੇ। ਅਕਾਲ ਪੁਰਖ ਪ੍ਰਮਾਤਮਾ ਤੇਰੇ ਨਾਮ ਵਿੱਚ ਲੀਨ ਹੋਣਾ। ਤੇ ਅਗਲੀਆਂ ਪੰਕਤੀਆਂ ਨੇ, ਅਨਕ ਪ੍ਰਕਾਰ ਭੋਜਨ ਬਹੁ ਕੀਏ, ਕਿਉਂਕਿ ਗੱਲ ਸਾਰੀ ਹਿਰਦੇ ਦੀ ਹੋ ਰਹੀ ਹੈ। ਅਨਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਵਿਅੰਜਨ ਮਿਸਟਾਏ। ਮੈਂ ਆਪਣੇ ਹਿਰਦੇ ਘਰ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਭੋਜਨ ਵਿਅੰਜਨ ਤਿਆਰ ਕੀਤੇ ਨੇ। ਕਿਹੜੇ? ਸ਼ੁਭ ਗੁਣਾਂ ਨੂੰ ਮੈਂ ਆਪਣੇ ਹਿਰਦੇ ਵਿੱਚ ਟਿਕਾਇਆ ਹੈ। ਸਤ ਸੰਤੋਖ ਦਇਆ ਧਰਮ ਧੀਰਜ, ਇਹ ਜਿਹੜੇ ਭੋਜਨ ਨੇ, ਇਹ ਜਿਹੜੀਆਂ ਚੀਜ਼ਾਂ ਨੇ, ਮੈਂ ਆਪਣੇ ਹਿਰਦੇ ਨੂੰ, ਹਿਰਦੇ ਦੀ ਰਸੋਈ ਨੂੰ ਤਿਆਰ ਕੀਤਾ। ਅਨਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਵਿਅੰਜਨ ਮਿਸਟਾਏ। ਕਰੀ ਪਾਕ ਸਾਲ ਸੋਚ ਪਵਿੱਤਰਾ। ਮੈਂ ਆਪਣੇ ਹਿਰਦੇ ਦੀ ਰਸੋਈ ਨੂੰ ਪਵਿੱਤਰ ਕੀਤਾ, ਸੁੱਚ ਰੱਖੀ ਹੈ, ਭਾਵ ਵਿਕਾਰਾਂ ਦੀ ਮੈਲ ਨਹੀਂ ਲੱਗਣ ਦਿੱਤੀ। ਮੈਂ ਇਹਦੇ ਵਿੱਚ ਗੁਣ ਵਸਾਏ ਨੇ। ਹੁਣ ਲਾਭ ਭੋਗ ਹਰ ਰਾਏ, ਅਕਾਲ ਪੁਰਖ ਹਰੀ ਰਾਜੇ। ਮੇਰੇ ਇਸ ਹਿਰਦੇ ਨੂੰ ਪ੍ਰਵਾਨ ਕਰ ਲਵੋ। ਮੈਂ ਆਪਣੇ ਹਿਰਦੇ ਦੀ ਰਸੋਈ ਸ਼ੁਭ ਗੁਣਾਂ ਨਾਲ ਤਿਆਰ ਕੀਤੀ ਹੈ। ਤੇ ਅਸੀਂ ਇਹਨੂੰ ਵਰਤ ਲਿਆ ਕੜਾਹ ਪ੍ਰਸ਼ਾਦ ਵਾਸਤੇ, ਭੋਗ ਲਾਉਣ ਵਾਸਤੇ। ਤੇ ਇਹ ਗੱਲ ਹੋਰ ਸਪਸ਼ਟ ਹੋ ਜਾਏ, ਇੱਕ ਹੋਰ ਪ੍ਰਮਾਣ ਦੇਵਾਂ। ਗੁਰੂ ਅਮਰਦਾਸ ਮਹਾਰਾਜ ਦਾ ਬਚਨ ਹੈ, ਸ਼ਲੋਕ 12 ਤੇ ਵਧੇਕ ਦੇ ਵਿੱਚ ਸ਼ਲੋਕ ਹੈ। ਤੇ ਇਸ ਪੰਕਤੀ ਨਾਲ ਉਹਦਾ ਭਾਵ ਬਿਲਕੁਲ ਮਿਲਦਾ ਜੁਲਦਾ, ਵੀ ਗੱਲ ਹੋਰ ਸਪਸ਼ਟ ਹੋ ਜਾਏ ਵੀ ਜਿਹੜੇ ਸ਼ੁਭ ਗੁਣਾਂ ਦੀ ਰਸੋਈ ਹੈ, ਜਿਹੜੇ ਭੋਜਨ ਤਿਆਰ ਕੀਤੇ ਨੇ, ਉਹ ਪ੍ਰਮਾਤਮਾ ਜੀ ਤੁਸੀਂ ਪ੍ਰਵਾਨ ਕਰੋ। ਦ੍ਰਿਸ਼ਟਾਂਤ ਉੱਥੇ ਵੀ ਇਸਤਰੀ ਦਾ ਦਿੱਤਾ ਹੈ ਕਿ ਜਿਵੇਂ ਇੱਕ ਸੁਘੜ ਸਿਆਣੀ ਇਸਤਰੀ ਭੋਜਨ ਤਿਆਰ ਕਰਦੀ ਹੈ ਪਤੀ ਵਾਸਤੇ, ਉਹਦੀ ਪ੍ਰਸੰਨਤਾ ਵਾਸਤੇ, ਤੇ ਸਤਿਗੁਰਾਂ ਦ੍ਰਿਸ਼ਟਾਂਤ ਦਿੱਤਾ ਹੈ ਕਿ ਰੱਬ ਦੇ ਪਿਆਰੇ ਸ਼ੁਭ ਗੁਣਾਂ ਦਾ ਭੋਜਨ ਤਿਆਰ ਕਰਦੇ ਨੇ। ਪ੍ਰਮਾਤਮਾ ਤੂੰ ਇਹਨੂੰ ਪ੍ਰਵਾਨ ਕਰ। ਉਹ ਸ਼ਲੋਕ ਹੈ ਗੁਰੂ ਅਮਰਦਾਸ ਮਹਾਰਾਜ ਦਾ 413 ਅੰਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ। ਜਿਉ ਪੁਰਖੇ ਘਰ ਭਗਤੀ ਨਾਰ ਹੈ, ਅਤ ਲੋਚੈ ਭਗਤੀ ਭਾਏ। ਇੱਥੇ ਪੁਰਖੇ ਦਾ ਅਰਥ ਹੈ ਪੁਰਖ, ਮਨੁੱਖ। ਜਿਉ ਪੁਰਖੇ ਘਰ ਭਗਤੀ ਨਾਰ, ਭਗਤੀ ਭਾਵ ਵਾਲੀ, ਪਿਆਰ ਸਤਿਕਾਰ ਵਾਲੀ ਇਸਤਰੀ। ਜਿਉ ਪੁਰਖੇ ਘਰ ਭਗਤੀ ਨਾਰ ਹੈ, ਅਤ ਲੋਚੈ ਭਗਤੀ ਭਾਏ। ਉਹ ਅਤ ਦੀ ਲੋਚਾ ਰੱਖਦੀ ਹੈ ਭਗਤੀ ਭਾਅ ਦੇ ਵਿੱਚ,
ਪ੍ਰੇਮ ਭਾਅ ਦੇ ਵਿੱਚ ਕਿ ਜਿਹੜਾ ਭੋਜਨ ਮੈਂ ਤਿਆਰ ਕੀਤਾ ਮੇਰੇ ਪਤੀ ਨੂੰ ਪਸੰਦ ਆ ਜੇ। ਇਹ ਗੱਲ ਦੁਨਿਆਵੀ ਉਦਾਹਰਣ ਹੈ। ਜਿਉ ਪੁਰਖੇ ਕਰ ਭਗਤੀ ਨਾਰ ਹੈ, ਅਤ ਲੋਚੈ ਭਗਤੀ ਭਾਏ, ਬਹੁ ਰਸ ਸਾਲਣੇ ਸਵਾਰ ਦੀ, ਖਟ ਰਸ ਮੀਠੇ ਪਾਏ। ਉਹ ਬਹੁ ਰਸਾਂ ਦਾ ਭੋਜਨ ਤਿਆਰ ਕਰਦੀ ਹੈ, ਸਾਲਣੇ ਸਲੂਣਾ ਸਬਜ਼ੀ ਤਿਆਰ ਕਰਦੀ ਹੈ, ਖਟ ਰਸ ਮੀਠੇ ਪਾਏ। ਖੱਟੇ ਮਿੱਠੇ ਰਸਾਂ ਦਾ ਭੋਜਨ ਜਿਵੇਂ ਰਸੋਈ ਵਿੱਚ ਤਿਆਰ ਕੀਤਾ ਜਾਂਦਾ ਹੈ, ਇਵੇਂ ਉਹ ਤਿਆਰ ਕਰਦੀ ਹੈ ਪਤੀ ਦੀ ਪ੍ਰਸੰਨਤਾ ਵਾਸਤੇ। ਇਹ ਤੇ ਉਦਾਹਰਨ ਹੈ ਦੁਨਿਆਵੀ, ਕਿ ਜਿਵੇਂ ਉਹ ਇਸਤਰੀ ਭੋਜਨ ਤਿਆਰ ਕਰਦੀ ਹੈ, ਬਹੁ ਰਸ ਸਾਲਣੇ ਸਵਾਰ ਦੀ, ਖਟ ਰਸ ਮੀਠੇ ਪਾਏ। ਹੁਣ ਅੱਗੇ ਗੱਲ ਰੱਬ ਦੇ ਪਿਆਰਿਆਂ ਦੀ। ਤਿਉ ਬਾਣੀ ਭਗਤ ਸਲਾਹ ਦੇ, ਹਰ ਨਾਮੈ ਚਿੱਤ ਲਾਏ। ਤਿਉ ਦਾ ਭਾਵ ਹੋ ਗਿਆ ਵੀ ਜਿਵੇਂ ਇਸਤਰੀ ਰਸੋਈ ਤਿਆਰ ਕਰਦੀ ਹੈ ਭਗਤੀ ਭਾਵ ਨਾਲ, ਰੱਬ ਦੇ ਪਿਆਰੇ ਭਗਤੀ ਭਾਵ ਪ੍ਰਮਾਤਮਾ ਦੇ ਗੁਣ ਗਾਉਂਦੇ ਨੇ। ਇਸ ਢੰਗ ਦੇ ਨਾਲ ਉਹ ਹਿਰਦੇ ਦੀ ਰਸੋਈ ਨੂੰ ਤਿਆਰ ਕਰਦੇ ਨੇ। ਤਿਉ ਬਾਣੀ ਭਗਤ ਸਲਾਹ ਦੇ, ਹਰ ਨਾਮੈ ਚਿੱਤ ਲਾਏ। ਮਨ ਤਨ ਧਨ ਆਗੇ ਰਾਖਿਆ, ਸਿਰ ਵੇਚਿਆ ਗੁਰ ਆਗੇ ਜਾਏ। ਉਹ ਜਦੋਂ ਭਗਤੀ ਭਾਵ ਵਿੱਚ ਹੁੰਦੇ ਨੇ ਰੱਬ ਦੇ ਪਿਆਰੇ, ਉਹਨਾਂ ਨੇ ਆਪਣਾ ਮਨ ਤਨ ਧਨ ਭਾਵ ਸਭ ਕੁਝ, ਇੱਥੋਂ ਤੱਕ ਸਿਰ ਵੇਚਿਆ ਗੁਰ ਆਗੇ ਜਾਏ। ਉਹ ਸਿਰ ਵੀ ਆਪਣੇ ਗੁਰੂ ਦੀ ਭੇਟ ਕਰ ਦਿੰਦੇ ਨੇ, ਭਾਵ ਕਿ ਸਮੁੱਚਾ ਸਰੀਰ ਸਮੁੱਚਾ ਜੀਵਨ ਜਿਹੜਾ ਉਹ ਆਪਣੇ ਪਿਆਰੇ ਤੋਂ ਕੁਰਬਾਨ ਕਰਨ ਵਾਸਤੇ। ਜਿਵੇਂ ਆਨੰਦ ਸਾਹਿਬ ਦੀਆਂ ਪੰਕਤੀਆਂ ਨੇ ਵੀ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਵਾਲੀ ਬਾਤ ਹੈ। ਤੇ ਇਸ ਢੰਗ ਦੇ ਨਾਲ ਜਿਹੜੇ ਰੱਬ ਦੇ ਪਿਆਰੇ ਨੇ, ਤਨ ਮਨ ਧਨ ਆਗੇ ਰਾਖਿਆ, ਸਿਰ ਵੇਚਿਆ ਗੁਰ ਆਗੇ ਜਾਏ। ਪੈ ਭਗਤੀ ਭਗਤ ਬਹੁ ਲੋਚ ਦੇ, ਪ੍ਰਭ ਲੋਚਾ ਪੂਰ ਮਿਲਾਏ। ਉੱਤੇ ਪੰਕਤੀ ਆਈ ਵੀ ਜਿਹੜੀ ਇਸਤਰੀ ਹੈ ਉਹ ਲੋਚਾ ਰੱਖਦੀ ਹੈ ਕਿ ਭੋਜਨ ਮੈਂ ਚੰਗਾ ਤਿਆਰ ਕਰਾਂ, ਮੇਰੇ ਪਤੀ ਨੂੰ ਪਸੰਦ ਹੋਵੇ। ਇੱਥੇ ਰੱਬ ਦੇ ਪਿਆਰਿਆਂ ਦੀ ਬਾਤ ਹੈ ਵੀ ਉਹ ਭਗਤੀ ਦੀ ਸ਼ੁਭ ਗੁਣਾਂ ਦੀ ਲੋਚਾ ਤਾਂਘ ਰੱਖਦੇ ਨੇ ਕਿ ਪਰਮਾਤਮਾ ਨੂੰ ਪ੍ਰਵਾਨ ਹੋ ਜਾਈਏ। ਪੈ ਭਗਤੀ ਭਗਤ ਬਹੁ ਲੋਚ ਦੇ, ਪ੍ਰਭ ਲੋਚਾ ਪੂਰ ਮਿਲਾਏ। ਪਰਮਾਤਮਾ ਉਹਨਾਂ ਦੀ ਲੋਚਾ ਪੂਰੀ ਕਰਕੇ ਆਪਣੇ ਨਾਲ ਮਿਲਾਉਂਦਾ ਹੈ। ਪਰ ਗੁਰੂ ਰਾਮਦਾਸ ਮਹਾਰਾਜ ਆਖਦੇ ਨੇ ਕਿ ਪਰਮਾਤਮਾ ਕਿਹੜੀ ਚੀਜ਼ ਨਾਲ ਤ੍ਰਿਪਤ ਹੁੰਦਾ ਹੈ, ਉਹ ਕੀ ਖਾਂਦਾ ਹੈ, ਉਹਨੂੰ ਕਿਹੜੀ ਚੀਜ਼ ਦਾ ਭੋਗ ਲੱਗਦਾ ਹੈ, ਤੇ ਉਹ ਉਹਨਾਂ ਦੀ ਲੋਚਾ ਪੂਰੀ ਕਰ ਦਿੰਦਾ। ਪੈ ਭਗਤੀ ਭਗਤ ਬਹੁ ਲੋਚ ਦੇ, ਪ੍ਰਭ ਲੋਚਾ ਪੂਰ ਮਿਲਾਏ। ਹਰ ਪ੍ਰਭ ਵੇ ਪਰਵਾਹ ਹੈ, ਕਿਤ ਖਾਧੇ ਤੇ ਪਤਾਏ। ਕਹਿਣ ਲੱਗੇ ਵੀ ਪਰਮਾਤਮਾ ਤੇ ਬੇਪਰਵਾਹ ਹੈ, ਤੇ ਕਿਹੜੀ ਚੀਜ਼ ਖਾਧਿਆਂ ਉਹ ਤਿਪਤਾਸੇ, ਉਹ ਤ੍ਰਿਪਤ ਹੋ ਜਾਂਦਾ ਹੈ ਪਰਮਾਤਮਾ। ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਆਖਦੇ ਨੇ ਕਿ ਉਹ ਅਕਾਲ ਪੁਰਖ ਪਰਮਾਤਮਾ ਪਤਾ ਕਿਵੇਂ ਪ੍ਰਸੰਨ ਹੁੰਦਾ ਹੈ। ਜਿਹੜੇ ਰੱਬ ਦੇ ਪਿਆਰੇ ਗੁਰੂ ਦੀ ਭੈ ਭਾਵਨੀ ਦੇ ਵਿੱਚ ਚੱਲਣਾ ਸ਼ੁਰੂ ਕਰ ਦਿੰਦੇ ਨੇ, ਉਹਨਾਂ ਨੂੰ ਪਰਮਾਤਮਾ ਪ੍ਰਵਾਨ ਕਰਦਾ ਹੈ। ਹਰ ਪ੍ਰਭ ਵੇ ਪਰਵਾਹ ਹੈ, ਕਿਤ ਖਾਧੇ ਤੇ ਪਤਾਏ। ਗੁਰ ਕੇ ਭਾਣੇ ਜੋ ਚੱਲੇ ਤੇ ਪਤਾਸੇ, ਹਰ ਗੁਣ ਗਾਏ। ਧਨ ਧਨ ਕਲਯੁਗ ਨਾਨਕਾ, ਜੇ ਚੱਲੇ ਸਤਿਗੁਰ ਭਾਏ। ਗੁਰ ਕੇ ਭਾਣੇ ਜੋ ਚੱਲੇ, ਜਿਹੜੇ ਗੁਰੂ ਦੇ ਭਾਣੇ ਵਿੱਚ ਚੱਲਦੇ ਨੇ ਨਾ, ਤੇ ਪਤਾਸੈ ਹਰ ਗੁਣ ਗਾਏ। ਪਰਮਾਤਮਾ ਤ੍ਰਿਪਤ ਹੋ ਜਾਂਦਾ ਹੈ। ਉਹਨਾਂ ਦਾ ਭੋਜਨ ਜਿਹੜਾ ਨਾ ਸ਼ੁਭ ਗੁਣਾਂ ਦੀ ਰਸੋਈ ਜਿਹੜੀ ਹੈ ਉਹਨੂੰ ਪ੍ਰਵਾਨ ਕਰ ਲੈਂਦਾ ਹੈ। ਜਦੋਂ ਹਰ ਗੁਣ ਗਾਏ ਕੀਤੇ ਜਾਂਦੇ ਨੇ, ਪਰਮਾਤਮਾ ਦੇ ਗੁਣ ਗਾਏ ਜਾਂਦੇ ਨੇ, ਤੇ ਗੁਰੂ ਅਮਰਦਾਸ ਮਹਾਰਾਜ ਆਖਦੇ ਨੇ ਧੰਨ ਧੰਨ ਕਲਯੁਗ ਨਾਨਕਾ। ਇਹ ਨਾਨਕ ਕਲਯੁਗ ਵਿਕਾਰਾਂ ਭਰੇ ਸਮੇਂ ਵਿੱਚ ਉਹ ਪੁਰਖ ਧੰਨ ਨੇ। ਧੰਨ ਧੰਨ ਕਲਯੁਗ ਨਾਨਕਾ, ਜੇ ਚੱਲੇ ਸਤਿਗੁਰ ਭਾਏ। ਜਿਹੜੇ ਸਤਿਗੁਰ ਦੇ ਭਾਏ ਵਿੱਚ ਚੱਲਦੇ ਨੇ, ਆਗਿਆ ਵਿੱਚ, ਗੁਰੂ ਕੇ ਪਿਆਰ ਵਿੱਚ, ਗੁਰੂ ਉਪਦੇਸ਼ ਦੀ ਰਹਿਨੁਮਾਈ ਵਿੱਚ ਚੱਲਦੇ ਨੇ, ਉਹ ਅਕਾਲ ਪੁਰਖ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ। ਗੱਲ ਸਪਸ਼ਟ ਹੋ ਗਈ ਇਸ ਸ਼ਲੋਕ ਤੋਂ। ਫਿਰ ਦੁਹਰਾਦੇ ਹਾਂ ਸਾਰਾ ਕਿ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ, ਜਿਉ ਪੁਰਖੇ ਕਰ ਭਗਤੀ ਨਾਰ ਹੈ, ਅਤ ਲੋਚੈ ਭਗਤੀ ਭਾਏ।
ਬਹੁ ਰਸ ਸਾਲਣੇ ਸਵਾਰ ਦੀ, ਖਟ ਰਸ ਮੀਠੇ ਪਾਏ, ਤਿਉ ਬਾਣੀ ਭਗਤ ਸਲਾਹ ਦੇ, ਹਰ ਨਾਮੈ ਚਿਤ ਲਾਏ। ਤਿਉ ਬਾਣੀ ਭਗਤ ਸਲਾਹ ਦੇ, ਹਰ ਨਾਮੈ ਚਿਤ ਲਾਏ। ਹਰ ਪ੍ਰਭ ਵੇ ਪਰ ਵਾਹਿਗੁਰੂ, ਤਨ ਮਨ ਧਨ ਆਗੇ ਰਾਖਿਆ, ਸਿਰ ਵੇਚਿਆ ਗੁਰ ਆਗੇ ਜਾਏ। ਪੈ ਭਗਤੀ ਭਗਤ ਬਹੁ ਲੋਚਦੇ, ਪ੍ਰਭ ਲੋਚਾ ਪੂਰ ਮਿਲਾਏ। ਹਰ ਪ੍ਰਭ ਵੇ ਪਰਵਾਹ ਹੈ, ਕਿਤ ਖਾਧੇ ਤਿਪਤਾਏ। ਸਤ ਗੁਰ ਕੈ ਭਾਣੇ ਜੋ ਚੱਲੈ, ਤਿਪਤਾਸੈ ਹਰ ਗੁਣ ਗਾਏ। ਧੰਨ ਧੰਨ ਕਲ ਯੁਗ ਨਾਨਕਾ, ਜੇ ਚੱਲੇ ਸਤਿਗੁਰ ਭਾਏ। ਅਨਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਵਿੰਜਨ ਮਿਸਟਾਏ। ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭੋ ਭੋਗ ਹਰ ਰਾਏ। ਪ੍ਰਮਾਤਮਾ ਮੈਂ ਹਿਰਦੇ ਦੀ ਰਸੋਈ ਨੂੰ ਤਿਆਰ ਕੀਤਾ, ਮੈਂ ਇਹਦੇ ਵਿੱਚ ਗੁਣ ਟਿਕਾਉਣ ਦਾ ਯਤਨ ਕੀਤਾ, ਤੂੰ ਇਹਨੂੰ ਪ੍ਰਵਾਨ ਕਰੇ। ਗੱਲ ਅਗਲੀਆਂ ਪੰਕਤੀਆਂ 'ਚ ਹੋਰ ਸਪਸ਼ਟ ਹੋ ਜਾਏਗੀ। ਅਗਲੀਆਂ ਪੰਕਤੀਆਂ ਨੇ, ਦੁਸ਼ਟ ਬਿਦਾਰੇ ਸਾਜਨ ਰਹੱਸੇ, ਇਹ ਮੰਦਰ ਘਰ ਅਪਨਾਏ। ਹਿਰਦੇ ਰੂਪੀ ਮੰਦਰ ਘਰ ਦੇ ਵਿੱਚ ਦੁਸ਼ਟ ਬਿਦਾਰੇ, ਜਿਹੜੇ ਪੰਜ ਵਿਕਾਰ ਨੇ, ਉਹ ਬਿਦਾਰ ਦਿੱਤੇ, ਪਾਸੇ ਕਰ ਦਿੱਤੇ। ਸਾਜਨ ਰਹੱਸੇ, ਜੇ ਸੱਜਣ ਜਿਹੜੇ ਸ਼ੁਭ ਗੁਣ ਨੇ ਨਾ ਸਾਡੇ, ਉਹ ਉਹਦੇ ਵਿੱਚ ਰਹਿਣ ਲੱਗ ਪਏ। ਉੱਥੇ ਸ਼ੁਭ ਗੁਣਾਂ ਦਾ ਰਹੱਸ ਖੜਾਓ ਪੈਦਾ ਹੋ ਗਿਆ, ਭਾਵ ਹਿਰਦੇ ਵਿੱਚ ਸ਼ੁਭ ਗੁਣ ਆ ਗਏ। ਦੁਸ਼ਟ ਬਿਸਾਰੇ ਸਾਜਨ ਰਹੱਸੇ, ਇਹ ਮੰਦਰ ਘਰ ਅਪਣਾਏ। ਤੇ ਇਸ ਹਿਰਦੇ ਰੂਪੀ ਮੰਦਰ ਘਰ ਨੂੰ ਪ੍ਰਮਾਤਮਾ ਨੇ ਅਪਣਾ ਲਿਆ। ਜੋ ਗ੍ਰਹਿ ਲਾਲ ਰੰਗਿਓ ਆਇਆ, ਤਉ ਮੈਂ ਸਭ ਸੁਖ ਪਾਏ। ਜਦੋਂ ਮੇਰੇ ਹਿਰਦੇ ਘਰ ਵਿੱਚ ਰੰਗੀਲਾ ਲਾਲ ਪ੍ਰਮਾਤਮਾ ਆ ਗਿਆ ਤੇ ਮੈਂ ਸਾਰੇ ਸੁਖ ਪ੍ਰਾਪਤ ਕਰ ਲਏ। ਆਖਰੀ ਪੰਕਤੀਆਂ, ਸੰਤ ਸਭਾ ਓਟ ਗੁਰ ਪੂਰੇ, ਸੰਤ ਸਭਾ ਓਟ ਗੁਰ ਪੂਰੇ, ਧੁਰ ਮਸਤਕ ਲੇਖ ਲਿਖਾਏ। ਜਨ ਨਾਨਕ ਕੰਤ ਰੰਗੀਲਾ ਪਾਇਆ, ਫਿਰ ਦੁਖ ਨਾ ਲਾਗੇ ਆਏ। ਕਹਿਣ ਲੱਗੇ ਸੰਤ ਸਭਾ, ਸਤ ਸੰਗਤ, ਓਟ ਗੁਰ ਪੂਰੇ, ਧੁਰ ਮਸਤਕ ਲੇਖ ਲਿਖਾਏ। ਜਿਹਦੇ ਮਸਤਕ ਤੇ ਧੁਰ ਦਾ ਲੇਖ ਲਿਖਿਆ ਨਾ, ਉਹਨੂੰ ਸੰਗਤ ਵਿੱਚ ਗੁਰੂ ਦੀ ਓਟ ਪ੍ਰਾਪਤ ਹੁੰਦੀ ਹੈ। ਲੇਖ ਤੇ ਸਭ ਦੇ ਲਿਖਿਆ। ਪਰਮਾਤਮਾ ਤੇ ਚਾਹੁੰਦਾ ਹੈ ਕਿ ਮਨੁੱਖ ਜਿਹੜਾ ਉਹ ਆਪਣਾ ਜੀਵਨ ਸਫਲ ਕਰੇ, ਉਦਮ ਅਸੀਂ ਕਰਨਾ। ਸੰਤ ਸਭਾ ਵਿੱਚ ਆਉਣ ਦਾ, ਪੂਰੇ ਗੁਰੂ ਦੀ ਓਟ ਲੈਣ ਦਾ। ਸੰਤ ਸਭਾ ਓਟ ਗੁਰ ਪੂਰੇ, ਧੁਰ ਮਸਤਕ ਲੇਖ ਲਿਖਾਏ। ਜੋ ਜਨ ਨਾਨਕ ਕੰਤ ਰੰਗੀਲਾ ਪਾਇਆ। ਰੰਗੀਲਾ ਕੰਤ ਪ੍ਰਮਾਤਮਾ, ਅਨੇਕ ਰੰਗ ਕਰਨ ਵਾਲਾ, ਅਨੇਕ ਕੌਤੁਕ ਕਰਨ ਵਾਲਾ। ਫਿਰ ਦੁੱਖ ਉਹਨਾਂ ਲਾਗੇ ਆਏ। ਕਹਿਣ ਲੱਗੇ ਹੁਣ ਮੇਰੀ ਜ਼ਿੰਦਗੀ ਵਿੱਚ ਦੁੱਖ ਜਿਹੜਾ ਮੇਰੇ ਲਾਗੇ ਵੀ ਨਹੀਂ ਆਉਂਦਾ, ਕਿਉਂਕਿ ਮੇਰੀ ਰੰਗੀਲੇ ਪ੍ਰਮਾਤਮਾ ਨਾਲ ਸਾਂਝ ਪੈ ਗਈ ਹੈ। ਹੁਣ ਮੈਨੂੰ ਇਹ ਗੱਲ ਸਮਝ ਲੱਗ ਗਈ ਹੈ ਕਿ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਉਹਦੇ ਰੰਗਾਂ ਵਿੱਚ ਮੈਨੂੰ ਰਾਜੀ ਰਹਿਣਾ ਆ ਗਿਆ। ਸ਼ਬਦ ਦਾ ਭਾਵ ਤੇ ਇਹ ਸੀ। ਤੇ ਅਸੀਂ ਇਹਨੂੰ ਕੜਾਹ ਪ੍ਰਸ਼ਾਦ ਦੀ ਦੇਗ ਤੇ ਲਿਆ ਕੇ ਕਿ ਲਾਭੋ ਭੋਗ ਹਰ ਰਾਏ ਪੰਕਤੀ ਆਈ ਹੈ, ਤੇ ਇਹ ਵਿਚਾਰ ਬਣਾ ਲਿਆ। ਜਦੋਂ ਕਿ ਪੰਥਕ ਰਹਿਤ ਮਰਜ਼ਾਦਾ ਦੇ ਮੁਤਾਬਕ ਕੜਾਹ ਪ੍ਰਸ਼ਾਦ ਦੀ ਦੇਗ ਵਾਸਤੇ ਅਰਦਾਸ ਜਿਹੜੀ ਹੈ ਪ੍ਰਵਾਨ ਹੋਵੇ, ਲਫ਼ਜ਼ ਜਿਹੜਾ ਉਹ ਬਿਲਕੁਲ ਠੀਕ ਹੈ। ਔਰ ਇਹ ਵੀ ਬਾਤ ਹੈ ਵੀ ਕਿਰਪਾਨ ਕਦੋਂ ਭੇਟ ਕੀਤੀ ਜਾਵੇ। ਅਰਦਾਸ ਕਰਦਿਆਂ ਸਾਰਿਆਂ ਨੂੰ ਇਕਾਗਰਤਾ ਨਾਲ, ਸਾਵਧਾਨਤਾ ਨਾਲ ਖੜੇ ਹੋਣਾ ਚਾਹੀਦਾ ਹੈ। ਪਰ ਜਿਹੜੇ ਲਾਭੋ ਭੋਗ ਹਰ ਰਾਏ ਪੜਨ ਵਾਲੇ ਨੇ, ਇੱਕ ਸਿੰਘ ਕਿਰਪਾਨ ਲੈ ਕੇ ਖਲੋਤਾ ਹੁੰਦਾ ਹੈ, ਤੇ ਜਦੋਂ ਇਹ ਲੋਕ ਪੜੀ ਜਾਂਦੀ ਹੈ ਉਦੋਂ ਉਹ ਕਿਰਪਾਨ ਭੇਟ ਕਰ ਰਿਹਾ ਹੁੰਦਾ ਹੈ, ਤੇ ਸਾਰੀ ਸੰਗਤ ਦਾ ਧਿਆਨ ਵੀ ਉੱਥੇ ਖਿੱਚਿਆ ਜਾਂਦਾ ਹੈ। ਪਰ ਪੰਥਕ ਤੌਰ ਤੇ ਇਹ ਜਦੋਂ ਲਫ਼ਜ਼ ਲਿਖ ਦਿੱਤਾ ਗਿਆ ਕਿ ਅਰਦਾਸਾ ਸੋਧਿਆ ਜਾਵੇ, ਪ੍ਰਵਾਨਗੀ ਲਈ ਕਿਰਪਾਨ ਭੇਟ ਹੋਵੇ, ਤੇ ਇੱਕ ਆਮ ਸਿੱਖ ਦੇ ਮਨ ਵਿੱਚ ਕਦੇ ਸ਼ੰਕਾ ਬਣਿਆ ਵੀ ਕਿਰਪਾਨ ਭੇਟ ਕਰਨੀ ਵੀ ਕਹਿਣੀ ਹੈ ਤੇ ਉਹ ਉਸ ਸਮੇਂ ਹੀ ਕੀਤੀ ਜਾਵੇ ਕਿ ਜਾਂ ਬਾਅਦ ਵਿੱਚ ਹੋਵੇ। ਤੇ 1950 ਦੇ ਵਿੱਚ ਜਿਹੜੀ ਧਾਰਮਿਕ ਸਲਾਹਕਾਰ ਕਮੇਟੀ ਸੀ ਨਾ ਰਹਿਤ ਮਰਜ਼ਾਦਾ ਵਾਲੀ, ਉਹਦੀ 18ਵੀਂ ਇਕੱਤਰਤਾ ਹੋ ਰਹੀ ਸੀ, ਤੇ ਕਿਸੇ ਨੇ ਸਵਾਲ ਕੀਤਾ ਵੀ ਕਿਰਪਾਨ ਭੇਟ ਅਰਦਾਸ ਹੁੰਦਿਆਂ ਹੋਣੀ ਚਾਹੀਦੀ ਕਿ ਬਾਅਦ ਵਿੱਚ ਹੋਣੀ ਚਾਹੀਦੀ ਹੈ। ਤੇ ਉੱਥੇ ਜਵਾਬ ਦਿੱਤਾ ਗਿਆ ਸੀ ਕਿ ਕਿਰਪਾਨ ਭੇਟ ਕਰਨੀ, ਕਿਰਪਾਨ ਨੂੰ ਗੁਰੂ ਪਰਮੇਸ਼ਰ ਦੀ ਰਸਨਾ ਨਹੀਂ ਮੰਨਿਆ। ਜਿਵੇਂ ਹਿੰਦੂ ਵੀਰ
ਅਗਨੀ ਨੂੰ ਦੇਵਤਿਆਂ ਦੀ ਜ਼ੁਬਾਨ ਮੰਨਦੇ ਨੇ ਤੇ ਉਹ ਹਮਨ ਕਰਦੇ ਨੇ। ਲੋਹੜੀ ਦਾ ਤਿਉਹਾਰ ਕੀ ਹੈ ਵੀ ਅੱਗ ਵਿੱਚ ਚੌਲ ਪਾਉਣੇ, ਵੀ ਦੇਵਤਿਆਂ ਦੀ ਜ਼ੁਬਾਨ ਹੈ। ਭਾਵੇਂ ਕਿ ਸਿੱਖ ਵੀ ਇਹਦੇ ਨਾਲ ਜੁੜੇ ਹੋਏ ਨੇ ਅਸਲੀਅਤ ਨੂੰ ਸਮਝਣ ਤੋਂ ਬਿਨਾਂ, ਪਰ ਇਹ ਵੀ ਅਗਨੀ ਦੇਵਤਿਆਂ ਦੀ ਪੂਜਾ ਹੈ। ਅੱਗ ਨੂੰ ਜ਼ੁਬਾਨ ਮੰਨਿਆ ਦੇਵਤਿਆਂ ਦੀ, ਉਹਦੇ ਵਿੱਚ ਤਿਲ ਚੌਲ ਪਾਉਣ ਦਾ ਇੱਕੋ ਹੀ ਹੈ ਕਿ ਅੱਗ ਜਿਹੜੀ ਹੈ ਜਦੋਂ ਇਹਨਾਂ ਸਾਰਿਆਂ ਨੂੰ ਮਚਾ ਦੇਵੇਗੀ ਦੇਵਤਿਆਂ ਨੂੰ ਇਹ ਭੋਜਨ ਚੜ ਜਾਏਗਾ। ਖੈਰ, ਤੇ ਉਹ ਜਵਾਬ ਦਿੱਤਾ ਗਿਆ ਕਿ ਸਿੱਖ ਧਰਮ ਦੇ ਵਿੱਚ ਕਿਰਪਾਨ ਨੂੰ ਗੁਰੂ ਪਰਮੇਸ਼ਰ ਦੀ ਜ਼ੁਬਾਨ ਰਸਨਾ ਨਹੀਂ ਮੰਨਿਆ। ਔਰ ਕਈ ਇਹ ਵੀ ਲਫ਼ਜ਼ ਵਰਤ ਦਿੰਦੇ ਨੇ ਵੀ ਪ੍ਰਸ਼ਾਦ ਤਿਆਰ ਆਪ ਜੀ ਦੀ ਰਸਨਾ ਲਾਇਕ ਹੋਵੇ। ਰਸਨਾ, ਜੇ ਰਸਨਾ ਹੋਏਗੀ ਤੇ ਸਰੀਰ ਹੋਵੇਗਾ, ਸਰੀਰ ਹੈ ਤੇ ਨਾਸਵੰਤ ਹੈ। ਤੇ ਇੱਥੇ ਕਿਰਪਾਨ ਭੇਟ ਗੁਰੂ ਸਾਹਿਬ ਦੇ ਵੇਲੇ ਇਤਿਹਾਸ ਵਿੱਚੋਂ ਇੱਕ ਸਮਝ ਮਿਲਦੀ ਹੈ ਕਿ ਜਦੋਂ ਦੇਗ ਤਿਆਰ ਹੁੰਦੀ ਸੀ ਨਾ, ਗੁਰੂ ਕੇ ਹਜ਼ੂਰ ਲਿਆਂਦੀ ਜਾਂਦੀ ਸੀ ਤੇ ਗੁਰੂ ਸਾਹਿਬ ਦੇ ਹੱਥ ਵਿੱਚ ਜਿਹੜਾ ਸ਼ਸਤਰ ਹੁੰਦਾ ਸੀ, ਚਾਹੇ ਕਿਰਪਾਨ ਹੁੰਦੀ ਸੀ, ਉਹਦੀ ਨੋਕ ਨਾਲ ਕਿਣਕਾ ਮਾਤਰ ਲੈ ਕੇ ਪ੍ਰਸ਼ਾਦ ਬਾਕੀ ਸੰਗਤ ਵਿੱਚ ਵਰਤਾਉਣ ਦਾ ਹੁਕਮ ਕਰਦੇ ਸਨ। ਤੇ ਜਾਂ ਉਹਨਾਂ ਦੇ ਗੁਰੂ ਸਾਹਿਬ ਦੇ ਹੱਥ ਵਿੱਚ ਜੇ ਤੀਰ ਹੋਣਾ ਤੇ ਤੀਰ ਦੀ ਨੋਕ ਨਾਲ ਇਹਨੂੰ ਕਿਰਪਾਨ ਆਪਣੇ ਤੀਰ ਦੀ ਨੋਕ ਨਾਲ ਹੀ ਕੜਾਹ ਪ੍ਰਸ਼ਾਦ ਨੂੰ ਉਹ ਸੁਹਾ ਕੇ ਰੰਚਕ ਮਾਤਰ ਜੋ ਵੀ ਆਪ ਲੈਣਾ ਲੈ ਕੇ ਕਹਿਣਾ ਵੀ ਸੰਗਤ ਵਿੱਚ ਵਰਤਾ ਦਿਓ। ਇਹ ਪ੍ਰਵਾਨਗੀ ਦਾ ਤਰੀਕਾ ਸੀ। ਤੇ ਇਵੇਂ ਪੰਥ ਨੇ ਇਸ ਪਰੰਪਰਾ ਤਹਿਤ ਹੀ ਮੇਰਾ ਖਿਆਲ ਪ੍ਰਵਾਨ ਕੀਤਾ ਹੈ ਕਿ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਕਿਰਪਾਨ ਭੇਟ ਕਰਨੀ ਉਸ ਪਰੰਪਰਾ ਦਾ ਹਿੱਸਾ ਹੈ, ਨਾ ਕਿ ਭੋਗ ਲਾਉਣ ਵਾਲੀ ਬਾਤ ਹੈ। ਤੇ ਸਾਨੂੰ ਇਹ ਗੱਲ ਵੀ ਸਮਝਣੀ ਬਹੁਤ ਜ਼ਰੂਰੀ ਹੈ। ਸੋ ਸਮਾਂ ਹੋ ਗਿਆ, ਮੈਂ ਇਸ ਸਬਜੈਕਟ ਨੂੰ ਤੇ ਪੂਰਾ ਕਰਨਾ ਚਾਹੁੰਦਾ। ਈੜੀ ਭਾਵ ਨੰਬਰ 3 ਕੜਾਹ ਪ੍ਰਸ਼ਾਦ ਦੇ ਸਿਰਲੇਖ ਹੇਠ 4 ਨਿਯਮ ਨੇ, ਜਿਨ੍ਹਾਂ ਵਿੱਚੋਂ ਈੜੀ ਨੰਬਰ 3 ਜਿਹੜਾ ਨਿਯਮ ਹੈ, ਇਸ ਦੇ ਉਪਰੰਤ ਸੰਗਤ ਨੂੰ ਵਰਤਾਉਣ ਤੋਂ ਪਹਿਲਾਂ ਕੜਾਹ ਪ੍ਰਸ਼ਾਦ ਵਿੱਚੋਂ 5 ਪਿਆਰਿਆਂ ਦਾ ਗੱਫਾ ਕੱਢ ਕੇ ਵਰਤਾਇਆ ਜਾਵੇ। ਅਰਦਾਸ ਤੇ ਕਿਰਪਾਨ ਭੇਟ। ਤੇ ਫਿਰ ਬੇਨਤੀ ਕਰਦੇ ਆ ਵੀ ਅਰਦਾਸ ਤੋਂ ਬਾਅਦ ਵਿੱਚ ਜਦੋਂ ਮੁੱਖ ਵਾਕ ਹੁਕਮਨਾਮਾ ਲਿਆ ਜਾਂਦਾ ਨਾ, ਵਰਤਾਉਣ ਲੱਗਿਆਂ ਕਿਰਪਾਨ ਭੇਟ ਕਰਕੇ ਤੇ ਫਿਰ ਅਗਲੀ ਜਿਹੜੀ ਵਿਚਾਰ ਹੈ, ਇਸ ਦੇ ਉਪਰੰਤ ਸੰਗਤ ਨੂੰ ਵਰਤਾਉਣ ਤੋਂ ਪਹਿਲਾਂ ਕੜਾਹ ਪ੍ਰਸ਼ਾਦ ਵਿੱਚੋਂ 5 ਪਿਆਰਿਆਂ ਦਾ ਗੱਫਾ ਕੱਢ ਕੇ ਵਰਤਾਇਆ ਜਾਵੇ। ਇਹ ਰੀਤ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮੇਂ ਤੋਂ ਚੱਲੀ ਹੈ। ਜਦੋਂ 5 ਪਿਆਰਿਆਂ ਦੀ ਚੋਣ ਕੀਤੀ ਗਈ, ਖਾਲਸਾ ਪੰਥ ਦਾ ਪ੍ਰਗਟ ਕੀਤਾ ਗਿਆ, ਤੋਂ 5 ਨੂੰ ਮੁਖੀ ਬਣਾਇਆ ਗਿਆ ਵੀ ਇਹ ਅੰਮ੍ਰਿਤ ਛਕਾਣਗੇ। 5 ਸਿੰਘ ਇਕੱਠੇ ਹੋ ਕੇ ਗੁਰੂ ਸਾਹਿਬ ਨੇ ਆਪ ਵੀ 5 ਪਿਆਰਿਆਂ ਤੋਂ ਛਕਿਆ। ਤੇ ਉਦੋਂ ਇਹ ਪਰੰਪਰਾ ਬਣੀ ਵੀ 5 ਜਿਹੜੇ ਨੇ ਨਾ ਤਿਆਰ ਬਰ ਤਿਆਰ ਇਹ ਪੰਥਕ ਵਜੂਦ ਨੇ, ਤੇ ਉਹ 5 ਪਿਆਰਿਆਂ ਦਾ ਗੱਫਾ ਕੱਢ ਕੇ ਵਰਤਾਉਣ ਦੀ ਮਰਿਆਦਾ ਦਰਜ ਕੀਤੀ ਗਈ ਹੈ। ਉਪਰੰਤ ਸੰਗਤ ਵਿੱਚ ਵਰਤਾਉਣ ਲੱਗਿਆਂ ਪਹਿਲਾਂ ਤਾਬਿਆ ਬੈਠੇ ਸਿੰਘ ਨੂੰ ਕਟੋਰੇ ਜਾਂ ਕੌਲ ਵਿੱਚ ਪਾ ਕੇ ਦੇਵੇ ਤੇ ਫਿਰ ਬਾਕੀ ਸੰਗਤ ਨੂੰ ਵਰਤਾਏ। ਜਿਹੜਾ ਆਪਾਂ ਕਟੋਰੇ ਕੌਲੀ ਵਿੱਚ ਪਾ ਕੇ ਗੁਰੂ ਸਾਹਿਬ ਦੇ ਹਜ਼ੂਰ ਥੱਲੇ ਰੱਖਦੇ ਆ ਨਾ, ਹਜ਼ੂਰੀ ਥੱਲੇ, ਉਹਦਾ ਵੀ ਬਹੁਤਿਆਂ ਨੂੰ ਭਾਵ ਹੁੰਦਾ ਵੀ ਇਹ ਗੁਰੂ ਮਹਾਰਾਜ ਦਾ ਪ੍ਰਸ਼ਾਦ ਹੈ। ਨਹੀਂ, ਉਹ ਇਸ ਲਈ ਹੈ ਵੀ ਜਿਹੜਾ ਗੁਰੂ ਕੀ ਹਜ਼ੂਰੀ ਵਿੱਚ ਸੇਵਾ ਨਿਭਾ ਰਿਹਾ ਨਾ, ਉਹ ਜਦੋਂ ਸੇਵਾ ਨਿਭਾ ਕੇ ਵਿਹਲਾ ਹੋਵੇ ਤੇ ਉਹ ਆਪਣਾ ਹਿੱਸਾ, ਆਪਣਾ ਗੱਫਾ ਪ੍ਰਸ਼ਾਦ ਉੱਥੋਂ ਲੈ ਲਵੇ। ਇਹ ਗੁਰੂ ਸਾਹਿਬ ਨੂੰ ਭੋਗ ਲਵਾਉਣਾ ਨਹੀਂ ਹੈ, ਇਹ ਵੀ ਬਾਤ ਸਮਝਣ ਵਾਲੀ ਹੈ। ਤੇ ਕਟੋਰੇ ਵਿੱਚ ਰੱਖਿਆ ਹੋਇਆ ਪ੍ਰਸ਼ਾਦ ਜਿਹੜਾ ਉਹ ਸੇਵਾਦਾਰ ਵਾਸਤੇ ਹੈ, ਜਿਹੜਾ ਗੁਰੂ ਕੀ ਹਜ਼ੂਰੀ ਵਿੱਚ ਸੇਵਾ ਨਿਭਾ ਰਿਹਾ। ਕਿਸੇ ਲਿਹਾਜ਼ ਜਾਂ ਘਿਰਣਾ ਕਰਕੇ ਵਿਤਕਰਾ ਨਾ ਕਰੇ। ਪ੍ਰਸ਼ਾਦ ਵਰਤਾਉਂਦਿਆਂ ਹੋਇਆਂ ਨਫ਼ਰਤ ਘਿਰਣਾ ਕਰਕੇ ਕਿਸੇ ਲਿਹਾਜ਼ ਨਾਲ ਕਿਸੇ ਨੂੰ ਵੱਧ ਘੱਟ ਵਰਤਾਉਣਾ, ਇਹ ਵੀ ਗੁਰਮਤਿ ਅਨੁਸਾਰ ਮਨ੍ਹਾ ਹੈ, ਕਿਉਂਕਿ ਇੱਕ ਮਾਤਰ ਵਰਤਾਇਆ ਜਾਵੇ, ਬਰਾਬਰਤਾ ਦੀ ਗੱਲ। ਭਾਈ ਨੰਦ ਲਾਲ ਜੀ ਦੇ ਰਹਿਤਨਾਮੇ ਦਾ ਵਚਨ ਹੈ। ਭਾਈ ਸਾਹਿਬ ਆਖਦੇ ਨੇ, ਜੋ ਪ੍ਰਸਾਦ ਕੋ ਬਾਂਟ ਹੈ ਮਨ ਮੈਂ ਧਾਰਿਆ ਲੋਭ, ਕਿਸ ਥੋੜਾ ਕਿਸ ਅਗਲਾ ਸਦਾ ਰਹੇ ਤਿਸ ਸੋਗ। ਅਗਲੇ ਦਾ ਭਾਵ ਬਹੁਤਾ, ਮਨ ਵਿੱਚ ਲੋਭ ਧਾਰਨ ਕਰ ਲਵੇ ਵਰਤਾਉਂਦਿਆਂ, ਜਾਂ ਆਪਣੇ ਵਾਸਤੇ ਬਹੁਤਾ ਬਚਾ ਲਵਾਂ ਜਾਂ ਕਿਸੇ ਨੂੰ ਵੱਧ ਜਾਂ ਘੱਟ, ਇਸ ਤਰ੍ਹਾਂ ਦੀ ਬਿਰਤੀ। ਹੁਣ ਤੇ ਸਮਾਂ ਇਸ ਤਰ੍ਹਾਂ ਦਾ ਹੋ ਗਿਆ
कि हर बंदा प्रसाद सवाया ही लैना चाहुंदा। कदी समा सी कि जिन्नी कि देग असीं बनाउने आ 4 क ਸਿੰਘ छक जाते सी, हुण भावें 150-200 बंदे विच वरत जाती है समय के मुताबिक। तो उदों कुदरती गल है भी जिहड़ा खुला छकण वाला उहदी मंगत होएगी ना भी मैं बहुता गप्पा होवे। ते वो इस गल वास्ते इहदा भाव कल्ला इन्ना नहीं है भी कड़ाह प्रसाद की गल है। लंगर वरताउंदिआं ये मन विच लोभ रखना, पा के पासे रखना, संगत नूं वरताउण तो पहला कोई भी वंड, ये कोई भी एक लफ्ज़ उहदे कई पक्ष हुंदे ने। इत्थे कोई भी चीज़ का वरतो विहार करदिआं बराबरी वाला वतीरा होवे, ना कि अपणिआं दा ते पराइआं दा विचार रख के कोई चीज़ वरताई जावे। भावें कड़ाह प्रसाद होवे, भावें गुरु का लंगर होवे, भावें किसी भी तरह की चीज़ जिहड़ी गुरुद्वारा साहब वरताई जाती उहदे विच समानता होनी चाहिए। बचन इस वास्ते है कि जो प्रसाद को बांट है मन में धारे लोभ, किस थोड़ा किस अगला, भाव किसी नूं थोड़ा ते किसी नूं बहुता, सदा रहे तिस सोग। वो बंदे दे अंदर सोग पिया रहेगा, भाव वो बंदा गुरु की खुशी नहीं लै सकेगा जिहड़ा प्रसाद वरताउंदिआं भी वितकरा करदा होवे। जिहड़ी समझण वाली बात है। सब सिख गैर सिख नीच ऊच जात वाले नूं इक्को जिहा वरतावे। ये गल्लां बहुत लंबियां हो जांदियां ने। ये गुरुद्वारिਆਂ ਵਿੱਚ ਪਿੰਡਾਂ ਵਿੱਚ कदी ਵੇਖਣਾ ਜਦੋਂ ਨਿੱਕੀ ਬਰਾਦਰੀ ਦੇ ਆਉਂਦੇ ਨੇ ਨਾ, ਉਹਨਾਂ ਨੂੰ ਇੱਕ ਪਾਸੇ ਬਿਠਾਇਆ ਹੁੰਦਾ ਵੀ ਸੰਗਤ ਨੂੰ ਛਕਣ ਦਿਓ, ਵਧੇਗਾ ਤੇ ਫਿਰ ਲੰਗਰ ਤੁਹਾਨੂੰ ਛਕਾਵਾਂਗੇ ਜਾਂ ਦਵਾਂਗੇ। ਇਹ ਗੱਲਾਂ ਦੇ ਸਾਰੇ ਪੱਖ ਨੇ ਇੱਥੇ। ਤੇ ਇਹ ਇੱਕ ਗੁਰੂ ਸਾਹਿਬ ਦੇ ਮਰਿਆਦਾ ਦੀ ਖੰਡਨਤਾਈ ਕਰਨ ਵਾਲੀ ਬਾਤ ਹੈ। ਸੰਗਤ ਵਿੱਚ ਕੋਈ ਵੀ ਆਇਆ ਇੱਕ ਬਰਾਬਰ ਬੈਠਣਾ ਚਾਹੀਦਾ ਹੈ, ਪਰ ਆਮ ਕਰਕੇ ਇੱਥੋਂ ਤੱਕ कि जे बचिया तो फिर लंगर थानू दिता जाएगा, तुसीं उन्ना चिर बाहर बैठो तो वितकरा हो गया, गुरु का लंगर ना होया, अपनी मन मर्जी होगी। इस करके बहुत सारिया ऐसिया गल्लां विचारन वालियां हुंदियां ने, विषा लंबा हो जाता है। कड़ाह प्रसाद वरताण वेले संगत विच बैठे किसी मनुख तो जात पात छूत छात का ख्याल करके गिलानी नहीं करनी चाहिए। किसी नूं जात पात करके किसी तरह का छूत छात का भरम पाल के संगत विच बैठे नाल गुलानी नहीं की जा सकती, क्योंकि नानक सतगुर ऐसा जानिया जो सब सह लय मिलाए जी। इत्थे सारे इक्को जे ने, सारे बराबर बैठते हैं। संगत का जो विषा आपां विचार कीती सी, सारियां गल्लां आपां कर चुके हैं। सस्सा भाव नंबर 4, कड़ाह प्रसाद भेटा करन वेले घट तो घट 1 टका नगद अरदास भी होवे। जो कड़ाह प्रसाद भेटा करना है गुरु साहब नूं ते उदों घट तो घट 1 टका नगद, भाव 1 टके का भाव भी थोड़ी तो थोड़ी माया जिन्नी का मनुख दे सकता। इसका भाव ये भी नहीं भी टका लभे भी मर्यादा में लिखा भी टका ही भेंट करना, तो मुराद है माया तो भी पंथक कारजां वास्ते, लोक भलाई दे कारजां वास्ते, गुरुद्वारा साहब दीयां होर सेवावां निभाउण वास्ते जिथे कड़ाह प्रसाद भेटा करनी है। जथा शक्त माया जिन्नी कि सतगुरु समर्था बख्शे, वो भी गुरु की भेंट करनी, अरदास कराउणी गुरमत है। सो सतगुरु पातशाह मेहर करे। इसी विचार कड़ाह प्रसाद के प्रकरण की सिख रहत मर्यादा के पेज नंबर 18 ते 19 के उपरले पासे जिहड़ी दर्ज है, गुरु पातशाह मेहर करे गुरमत जुगत विच सिख रहत मर्यादा की पालना करदिआं होया आपां कड़ाह प्रसाद की देग दे जो भी सेवावां ने, चाहे वो तैयार करन दी है, चाहे गुरु साहब के हजूर अरदास करन दी है, किरपान भेंट करन दी है, वरताउण दी है, ये सारी मर्यादा एक सारता नाल बहुत ही गुरु की भै भावनी विच रहिंदे सानू निभाउणी चाहीदी है। भुलां चुकां दी खिमा। वाहिगुरू जी का खालसा, वाहिगुरू जी की फतेह।